ਮੇਰੇ ਨਾਲੋਂ ਹਰ ਕੋਈ ਬਿਹਤਰ, ਮੈਂ ਹੀ ਨੀਚ ਅਯਾਣਾ, ਸ਼ੇਰ ਸੁਹਣ ਦਾ ਘਾਟਾ ਵਾਦਾ ਥੋੜਾ ਬਹੁਤਾ ਜਾਣਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। FM ਪੰਜਾਬ ਰੰਗ 99.4 ਤੋਂ ਮੈਂ ਨਾਸਿਰ ਅਹਿਮਦ ਤੁਹਾਡੇ ਨਾਲ ਗੱਲ ਕਰ ਰਿਹਾ। ਰਾਵਲਪਿੰਡੀ, ਇਸਲਾਮਾਬਾਦ ਤੇ ਆਲ ਦੁਆਲ ਦੇ ਇਲਾਕਿਆਂ ਵਿੱਚ ਜਿੱਥੇ ਜਿੱਥੇ ਸਾਡੀ ਆਵਾਜ਼ ਪੜੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ। ਲੋ ਜੀ, ਅੱਜ ਫੱਗਣ ਦੀ 8 ਤਾਰੀਖ ਹੋ ਗਈ ਹੈ ਤੇ 20 ਫਰਵਰੀ ਦਾ ਦਿਹਾੜੇ, ਤੇ ਅੱਜ ਦਾ ਜਿਹੜਾ ਦਿਹਾੜਾ ਉਹ ਇਸ ਹਵਾਲੇ ਨਾਲ ਵੀ ਬੜਾ ਅਹਿਮ ਹੈ ਕਿ ਅੱਜ ਸੂਫੀਆਨਾ ਗਾਇਕੀ ਦੀ ਮਲਕਾ ਆਬਦਾ ਪਰਵੀਨ ਹੋਰਾਂ ਦਾ 69ਵਾਂ ਜਨਮ ਦਿਹਾੜ ਮਨਾਇਆ ਜਾ ਰਿਹਾ ਹੈ। ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ 21 ਫਰਵਰੀ ਨੂੰ ਜਗਤ ਮਾਂ ਬੋਲੀ ਦਿਹਾੜ ਮਨਾਇਆ ਜਾਂਦਾ ਹੈ ਤੇ ਅਸੀਂ 21 ਫਰਵਰੀ ਯਾਨੀ ਕਿ ਕੱਲ ਇਸ ਹਵਾਲੇ ਨਾਲ ਖਸੂਸੀ ਟਰਾਂਸਮਿਸ਼ਨ ਲੈ ਕੇ ਤੁਹਾਡੇ ਖਿਦਮਤ 'ਚ ਹਾਜ਼ਰ ਹੋਵਾਂਗੇ ਤੇ ਜਿਹਦੇ ਵਿੱਚ ਅਸੀਂ ਜਿਹੜਾ ਇੱਕ ਮੁਸ਼ਾਇਰਾ ਵੀ ਪੇਸ਼ ਕਰਾਂਗੇ ਤੇ ਤੁਸੀਂ ਵੀ ਇਹ ਮੁਸ਼ਾਇਰਾ ਜ਼ਰੂਰ ਸੁਣਨਾ ਹੈ, ਮਾਂ ਬੋਲੀ ਮੁਸ਼ਾਇਰਾ। ਤੇ ਇਹ ਮੁਸ਼ਾਇਰਾ ਕੱਲ ਪੇਸ਼ ਕੀਤਾ ਜਾਏਗਾ ਸਵੇਰ 10 ਵਜੇ। ਤੇ ਅੱਜ ਸਾਡੇ ਲਈ ਬੜੇ ਇਜ਼ਾਜ਼ ਦੀ ਗੱਲ ਹੈ ਕਿ ਸਾਡੇ ਸਟੂਡੀਓ ਵਿੱਚ ਪੰਜਾਬ ਰੰਗ ਦੇ ਵਿਹੜੇ ਵਿੱਚ ਇੱਕ ਬੜੀ ਸੋਹਣੀ ਪ੍ਰਾਹੁਣੀ, ਇਹਨਾਂ ਦਾ ਤਾਲੁਕ ਸ਼ੋਭਾ ਸਾਈਕੋਲੋਜੀ ਨਾਲ ਹੈ ਤੇ ਅਸਿਸਟੈਂਟ ਪ੍ਰੋਫੈਸਰ ਨੇ। ਇਹਨਾਂ ਦਾ ਨਾਮ ਹੈ ਜੀ ਹਿਨਾ ਇਰਮ ਸਾਹਿਬਾ। ਤੇ ਹਿਨਾ ਜੀ, ਅਸੀਂ ਤੁਹਾਨੂੰ FM ਪੰਜਾਬ ਰੰਗ ਦੇ ਵਿਹੜੇ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਬਹੁਤ ਸ਼ੁਕਰੀਆ, ਮੈਂ ਤੁਹਾਡਾ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਹੈ, ਮਾਣ ਦਿੱਤਾ ਹੈ। ਤੇ ਆਈ ਹੋਪ ਕਿ ਅੱਜ ਦੀ ਜਿਹੜੀ ਗੁਫ਼ਤਗੂ ਹੈ ਸਾਡੀ ਉਹ ਲੋਕਾਂ ਵਾਸਤੇ ਵੀ ਉਹਦਾ ਫਾਇਦਾ ਹੋਏਗਾ ਔਰ ਅਸੀਂ ਕੁਛ ਨਾ ਕੁਛ ਮੈਸੇਜ ਜ਼ਰੂਰ ਕਨਵੇ ਕਰਾਂਗੇ ਲੋਕਾਂ ਨੂੰ। ਜੀ ਜ਼ਰੂਰ। ਜਿਹੜੇ ਲੋਕੀ ਸਾਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਹਿਨਾ ਇਰਮ ਸਾਹਿਬਾ, ਮਾਹਿਰ ਨਫਸੀਆਤ ਨੇ। ਤੇ ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਸਾਨੂੰ ਮੈਸੇਜ ਕਰ ਲਓ। ਸਾਡੇ WhatsApp ਨੰਬਰ 051 92 91 521 ਤੇ ਸਾਨੂੰ ਕਾਲ ਕਰੋ 051 92 91 520 ਤੇ ਅੱਜ ਅਸੀਂ ਗੱਲਾਂ ਕਰਨੀਆਂ ਨੇ ਨਫਸੀਆਤ ਬਾਰੇ। ਤੇ ਹਿਨਾ ਸਾਹਿਬਾ, ਸਭ ਤੋਂ ਪਹਿਲੇ ਤੁਸੀਂ ਆਪਣੇ ਜੰਮ ਪਲ ਬਾਰੇ ਦੱਸੋ, ਆਪਣੀ ਪੈਦਾਇਸ਼ ਬਾਰੇ, ਆਪਣੀ ਮੁੱਢਲੀ ਤਾਲੀਮ ਬਾਰੇ। ਜੀ, ਮੇਰੀ ਜਿਹੜੀ ਪੈਦਾਇਸ਼ ਹੈ ਉਹ ਤੇ ਮੰਡੀ ਬਹਾਉਦੀਨ ਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਬਾਕੀ ਤਾਲੀਮ ਹੈ ਤੇ ਜਿਹੜਾ ਮੇਰਾ ਸਾਰਾ ਬਚਪਨ ਗੁਜ਼ਰਿਆ ਉਹ ਇੱਥੇ ਰਾਵਲਪਿੰਡੀ ਸ਼ਹਿਰ ਵਿੱਚ ਹੀ ਗੁਜ਼ਰਿਆ। ਅਲਹਮਦੁਲਿਲਾ ਸਕੂਲਿੰਗ, ਕਾਲਜ ਤੇ ਯੂਨੀਵਰਸਿਟੀ ਦੀ ਤਾਲੀਮ ਜਿਹੜੀ ਹੈ ਉਹ ਸਾਰੀ ਇੱਥੋਂ ਦੀ ਹੈ, ਰਾਵਲਪਿੰਡੀ ਦੀ। ਔਰ ਬੜਾ ਖੂਬਸੂਰਤ ਸ਼ਹਿਰ ਹੈ ਜੀ ਰਾਵਲਪਿੰਡੀ ਸਾਡਾ ਜੀ। ਤੇ ਬਹੁਤ ਅੱਛਾ ਵਕਤ ਜਿਹੜਾ ਹੈ ਅਸੀਂ ਬਚਪਨ ਦਾ ਗੁਜ਼ਾਰਿਆ ਇੱਥੇ ਸਾਰਾ। ਔਰ ਮੇਰੀ ਜੋ ਕਾਲਜ ਦੀ ਐਜੂਕੇਸ਼ਨ ਹੈ ਜੀ ਉਹ ਗਵਰਨਮੈਂਟ ਪੋਸਟ ਗ੍ਰੈਜੂਏਟ ਕਾਲਜ ਸੈਟਲਾਈਟ ਟਾਊਨ ਰਾਵਲਪਿੰਡੀ, ਜਿਹੜੀ ਹੁਣ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਕਹਿਲਾਂਦੀ ਹੈ, ਉਦੋਂ ਦੀ ਹੈ। ਤੇ ਮੇਰੇ ਲਈ ਬੜੀ ਇਜ਼ਾਜ਼ ਦੀ ਗੱਲ ਹੈ ਕਿ ਮੈਂ ਹੁਣ ਇੱਥੇ ਹੀ ਸਰਵ ਕਰ ਰਹੀ ਹਾਂ। ਵਾਹ। ਪਿਛਲੇ ਤਕਰੀਬਨ 12-13 ਸਾਲਾਂ ਤੋਂ। ਵਾਹ ਵਾਹ ਵਾਹ। ਤੋ ਇਹ ਮੇਰਾ ਸਫ਼ਰ ਹੈ। ਵਾਹ। ਤੇ ਫਿਲਹਾਲ ਨਾਲੇ ਮੈਂ ਇਸਲਾਮਿਕ ਯੂਨੀਵਰਸਿਟੀ ਤੋਂ PhD ਵੀ ਕਰ ਰਹੀ ਹਾਂ ਜੀ। ਤੇ ਸਾਰੇ ਕੰਮ ਨਾਲ ਹੀ ਨੇ। ਬਿਲਕੁਲ, ਅਸੀਂ ਤੁਹਾਡੇ ਕੋਲ ਸਾਰੀਆਂ ਗੱਲਾਂ ਪੁੱਛਣੀਆਂ ਨੇ ਤੇ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ ਆਬਦਾ ਪਰਵੀਨ ਹੋਰਾਂ ਦੇ ਕਲਾਮ ਨਾਲ, ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜ ਵੀ ਹੈ। ਤੇ ਜਿਨ੍ਹਾਂ ਕੋ ਆਬਦਾ ਪਰਵੀਨ ਹੋਰਾਂ ਨੇ ਆਪਣੀ ਮੌਸੀਕੀ ਦੇ ਨਾਲ ਸੂਫੀਆਨਾ ਕਲਾਮ ਨੂੰ ਪਰਸਗੀਰ ਵਿੱਚ ਫੈਲਾਉਣ ਦਾ ਸਿਹਰਾ ਜਿੰਨਾ ਕਿ ਉਹਨਾਂ ਨੂੰ ਜਾਂਦਾ, ਕਿਸੇ ਹੋਰ ਦੂਸਰੇ ਗੁਲੂਕਾਰ ਨੂੰ ਨਹੀਂ ਜਾਂਦਾ। ਤੇ ਉਹਨਾਂ ਨੂੰ ਬੜੇ ਅਵਾਰਡਸ ਤੋਂ ਵੀ ਨਵਾਜ਼ਿਆ ਗਿਆ, ਜਿਨ੍ਹਾਂ ਵਿੱਚ ਸਿਤਾਰਾ ਇਮਤਿਆਜ਼ ਤੇ ਸਿਤਾਰਾ ਹਿਲਾਲ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਬੜੇ ਪ੍ਰਾਈਡ ਆਫ ਪਰਫਾਰਮੈਂਸ ਦਾ ਅਵਾਰਡ ਵੀ ਮਿਲਿਆ। ਤੇ ਉਹਨਾਂ ਦਾ ਇੱਕ ਕਲਾਮ ਸੁਣਨੇ, ਫਿਰ ਪਰਤ ਕੇ ਆਨੇ ਆ ਵਾਪਸ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਪਰਤ ਕੇ ਆ ਗਏ ਆ, ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4 ਤੇ ਮੈਂ ਨਾਸਿਰ ਅਹਿਮਦ। ਸਾਡੇ ਨਾਲ ਮੌਜੂਦ ਨੇ ਮਾਹਿਰ ਨਫਸੀਆਤ ਹਿਨਾ ਇਰਮ ਸਾਹਿਬਾ ਤੇ ਪ੍ਰੋਫੈਸਰ ਦੇ ਤੌਰ ਤੇ ਆਪਣੀ ਖਿਦਮਤਾਂ ਅੰਜਾਮ ਦੇ ਰਹੀਆਂ ਨੇ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਦੇ ਵਿੱਚ। ਤੇ ਬਹੁਤ ਸਾਰੇ ਲੋਕੀ ਸਾਨੂੰ ਨਫਸੀਆਤ ਦੇ ਹਵਾਲੇ ਨਾਲ ਸਵਾਲ ਵੀ ਪੁੱਛ ਰਹੇ ਨੇ। ਅਸੀਂ ਬਿਲਕੁਲ ਉਹਨਾਂ ਦੇ ਸਵਾਲ ਜਿਹੜੇ ਨੇ ਉਹ ਆਪਣੇ ਜਿਹੜੇ ਸਾਡੇ ਸ਼ੋਅ ਦੀ ਅੱਜ ਪ੍ਰਾਹੁਣੀ ਨੇ ਉਹਨਾਂ ਕੋਲ ਪੁੱਛਾਂਗੇ। ਤੇ ਇਸ ਦੇ ਨਾਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਹਿਨਾ ਇਰਮ ਸਾਹਿਬਾ ਦਾ ਇੱਕ ਹੋਰ ਵੀ ਤਾਰਫ ਹੈ। ਇਹ ਪਾਕਿਸਤਾਨ ਦੇ ਮੰਨੇ ਪਰਮੰਨੇ ਰੇਡੀਓ ਤੇ TV ਦੇ ਅਦਾਕਾਰ, ਬ੍ਰਾਡਕਾਸਟਰ, ਇੱਕ ਬੜੀ ਵੱਡੀ ਤਹਿਲੀਕੀ ਸ਼ਖਸੀਅਤ ਸਲੀਮ ਰਜ਼ਾ, ਜਿਨ੍ਹਾਂ ਦੇ ਤੁਸੀਂ ਪਾਕਿਸਤਾਨ ਟੈਲੀਵਿਜ਼ਨ ਤੇ ਡਰਾਮੇ ਵੀ ਵੇਖਦੇ ਹੋ ਤੇ ਉਹ ਅੱਜ ਕੱਲ੍ਹ ਵੀ ਬੜੇ ਐਕਟਿਵ ਨੇ, ਕੰਮ ਕਰ ਰਹੇ ਨੇ ਰੇਡੀਓ ਤੇ TV ਤੇ ਇਹ ਉਹਨਾਂ ਦੀ ਸਾਹਿਬਜ਼ਾਦੀਆਂ ਨੇ। ਤੇ ਹਿਨਾ ਸਾਹਿਬਾ, ਤੁਸੀਂ ਸਾਨੂੰ ਇਹ ਦੱਸੋ ਸਾਡੇ ਸੁਣਨ ਵਾਲਿਆਂ ਨੂੰ ਕਿ ਇੱਕ ਐਡੇ ਵੱਡੇ ਬਾਪ, ਇੱਕ ਐਡਾ ਜਿਹੜਾ ਬਾਕਮਾਲ ਮਹਾਰਤ ਰੱਖਣ ਵਾਲਾ ਤੇ ਉਹਨਾਂ ਦੀ ਧੀ ਹੋਣਾ ਤੁਹਾਡੇ ਲਈ ਕਿਹੜੇ ਇਜ਼ਾਜ਼ ਦੀ ਗੱਲ ਹੈ? ਤੁਸੀਂ ਕਿਹਾ ਜੀ ਇੱਕ ਹੋਰ ਜਿਹੜਾ ਤਾਰੁਫ ਹੈ, ਅਸਲ ਤਾਰੁਫ ਹੀ ਤੇ ਇਹੀ ਹੈ ਮੇਰਾ, ਮੈਂ ਸਮਝਨੀ ਆ। ਵਾਹ। ਕਿ ਅੱਜ ਜੋ ਕੁਝ ਵੀ ਆ, ਜਿਸ ਮੁਕਾਮ ਤੇ ਵੀ ਆ, ਉਹ ਮੇਰੇ ਮਾਂ ਬਾਪ ਦੀ ਮਿਹਨਤ ਹੈ
ਜੀ। ਸਪੈਸ਼ਲੀ ਜਿਹੜੀ ਇਨਸਪੀਰੇਸ਼ਨ ਹੈ ਮੇਰੀ ਲਾਈਫ ਵਿੱਚ ਕੁਝ ਕਰਨ ਦੀ, ਉਹ ਮੈਨੂੰ ਆਪਣੇ ਫਾਦਰ ਤੋਂ ਮਿਲੀ ਹੈ। ਵਾਹ। ਉਹ ਬੜੇ ਹੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਨਾ, ਇੱਕ ਅਣਥੱਕ ਕਿਸਮ ਦੇ ਇਨਸਾਨ ਨੇ। ਹਮੇਸ਼ਾ ਮਿਹਨਤ ਤੇ ਲਗਨ ਨਾਲ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਸਾਰਾ, ਤੇ ਇਹੀ ਸਾਨੂੰ ਵੀ ਦਰਸ ਦਿੱਤਾ ਹੈ। ਤੇ ਮਤਲਬ ਮੈਂ ਥੋੜਾ ਸਾ, ਮੇਰਾ ਖਿਆਲ ਹੈ ਜਜ਼ਬਾਤੀ ਵੀ ਹੋ ਰਹੀ ਹਾਂ ਉਹਨਾਂ ਦਾ ਜ਼ਿਕਰ ਕਰਦੇ ਹੋਏ, ਲੇਕਿਨ ਅਲਹਮਦੁਲਿਲਾ ਮੇਰੇ ਲਈ ਬੜੀ ਫਖਰ ਦੀ ਗੱਲ ਹੈ ਕਿ ਮੈਂ ਉਹਨਾਂ ਦੀ ਬੇਟੀ ਹਾਂ ਜੀ। ਮੇਰਾ ਮਾਨ ਨੇ ਉਹ, ਔਰ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਉਹਨਾਂ ਦੀ ਐਕਸਪੈਕਟੇਸ਼ਨਸ ਨੇ, ਜਿਹੜੀ ਤਵੱਕੁਆਤ ਨੇ ਉਹਨਾਂ ਦੀ, ਉਹਨਾਂ ਤੇ ਪੂਰਾ ਉਤਰਿਆ ਜਾਏ ਤੇ ਉਹਨਾਂ ਲਈ ਫਖਰ ਦਾ ਬਾਇਸ ਬਣਿਆ ਜਾਏ। ਤੇ ਕਿਸੇ ਹੱਦ ਤੱਕ ਕੋਸ਼ਿਸ਼ ਕੀਤੀ ਹੈ ਤੇ ਉਮੀਦ ਹੈ ਕਿ ਅਸੀਂ ਇਸ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋਇਆ। ਬਿਲਕੁਲ। ਤੇ ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਅਸੀਂ ਸਲੀਮ ਰਜ਼ਾ ਹੋਰਾਂ ਦਾ ਜ਼ਿਕਰ ਕਰ ਰਹੇ ਹਾਂ, ਜਿਹੜੇ ਇੱਕ ਮੰਨੇ ਪਰਮੰਨੇ ਟੀਵੀ ਤੇ ਰੇਡੀਓ ਦੇ ਅਦਾਕਾਰ ਨੇ। ਤੇ ਹਿਨਾ ਇਰਮ ਸਾਹਿਬਾ, ਤੁਸੀਂ ਇਹ ਦੱਸੋ ਕਿ ਕਦੇ ਤੁਹਾਡਾ ਦਿਲ ਨਹੀਂ ਕੀਤਾ ਕਿ ਮੈਂ ਵੀ ਇਸ ਸ਼ੋਬੇ ਨੂੰ ਜੁਆਇਨ ਕਰਾਂ, ਅਦਾਕਾਰੀ ਨੂੰ ਜਾਂ ਮੀਡੀਆ ਦੇ? ਤੁਹਾਡੇ ਵਾਲਿਦ ਸਾਹਿਬ ਨੇ ਕਦੇ ਤੁਹਾਨੂੰ ਕਿਹਾ ਹੋਵੇ? ਨਹੀਂ, ਉਸ ਤਰਫ ਜਾਣੇ ਦਾ ਐਸਾ ਕਦੀ ਜ਼ਹਿਨ 'ਚ ਨਹੀਂ ਆਇਆ ਕਿ ਪ੍ਰੋਫੈਸ਼ਨਲੀ ਇਸ ਤਰਫ ਜਾਇਆ ਜਾਏ। ਅਲਬੱਤਾ ਜਿਸ ਤਰ੍ਹਾਂ ਮੈਂ ਪਹਿਲੇ ਤੁਸੀਂ ਦੱਸਿਆ ਵੀ ਹੈ ਸੁਣਨ ਵਾਲਿਆਂ ਨੂੰ ਕਿ ਮੇਰਾ ਇੰਟਰਸਟ ਹੈ ਅਦਬ ਵਿੱਚ ਤੇ ਕੰਪੇਅਰਿੰਗ ਤੇ ਇਸ ਤਰ੍ਹਾਂ ਦੀ ਚੀਜ਼ਾਂ ਦੀ ਤਰਫ, ਤੇ ਬਸ ਇਹ ਸ਼ੌਕ ਕਾਲਜ ਦੀ ਯੂਨੀਵਰਸਿਟੀ ਦੀ ਹੱਦ ਤੱਕ ਕਾਫੀ ਪੂਰਾ ਕੀਤਾ। ਤੇ ਬਾਅਦ ਵਿੱਚ ਹੋਰ ਇੰਨੇ ਸਾਰੇ ਕੰਮ ਲਾਈਫ 'ਚ ਇਕੱਠੇ ਸਟਾਰਟ ਕੀਤੇ ਹੋਏ ਨੇ, ਮਲਟੀਟਾਸਕਿੰਗ ਜਿਹਨੂੰ ਕਹਿੰਦੇ ਹਾਂ ਅਸੀਂ ਅੱਜ ਕੱਲ੍ਹ ਦੀ ਜ਼ੁਬਾਨ ਵਿੱਚ। ਤੇ ਉਸ ਤਰਫ ਪ੍ਰੋਫੈਸ਼ਨਲੀ ਜਾਣੇ ਦਾ ਤੇ ਨਹੀਂ ਸੋਚਿਆ, ਲੇਕਿਨ ਬਹਰਹਾਲ ਫਨ ਨੂੰ ਬਹੁਤ ਪਸੰਦ ਕਰਨੇ ਆ ਤੇ ਦਾਤ ਵੀ ਦਿੰਦੇ ਆ ਅੱਛੇ ਫਨ ਨੂੰ ਤੇ ਫਨਕਾਰਾਂ ਨੂੰ। ਔਰ ਮੇਰਾ ਖਿਆਲ ਹੈ ਕਿ ਹਮਾਰੇ ਮੁਆਸ਼ਰੇ ਦਾ ਇੱਕ ਬੜਾ ਹੀ ਅਹਿਮ ਜਿਹੜਾ ਹੈ ਤਬਕਾ ਹੈ। ਬਿਲਕੁਲ ਬਿਲਕੁਲ। ਔਰ ਸਾਡੀ ਸਕਾਫਤ ਹੈ, ਉਹਦੀ ਪਹਿਚਾਣ ਜਿਹੜੀ ਹੈ ਇਹਨਾਂ ਲੋਕਾਂ ਤੋਂ ਹੀ ਹੁੰਦੀ ਹੈ, ਤੇ ਇਹਨਾਂ ਦੀ ਬੜੀ ਕਦਰ ਕਰਨੀ ਚਾਹੀਦੀ ਹੈ। ਬੇਸ਼ੱਕ ਬੇਸ਼ੱਕ। ਤੇ ਸਲੀਮ ਰਜ਼ਾ ਸਾਹਿਬ, ਅਸੀਂ ਤੁਹਾਨੂੰ ਸਲਾਮ ਪੇਸ਼ ਕਰਨੇ ਆ। ਪਤਾ ਨਹੀਂ ਤੁਸੀਂ ਸਾਨੂੰ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ, ਤੇ ਯਕੀਨਨ ਤੁਸੀਂ ਵੀ ਸਾਡੇ ਇਸ ਸ਼ੋਅ ਨੂੰ ਪਸੰਦ ਕਰੋਗੇ। ਤੇ ਅਸੀਂ ਅੱਗੇ ਆਫਰ ਗੱਲ ਕਰ ਰਹੇ ਸੀ ਹਿਨਾ ਇਰਮ ਸਾਹਿਬਾ ਕਿ ਤੁਹਾਡੇ ਵਟਕੇ ਜਿਹੜੇ ਨੇ ਉਹਨਾਂ ਨੇ ਹਿਜਰਤ ਕੀਤੀ ਹੈ ਹਿੰਦੁਸਤਾਨ ਤੋਂ। ਹਾਂਜੀ, ਹਿੰਦੁਸਤਾਨ ਤੋਂ ਹਿਜਰਤ ਕੀਤੀ, 47 ਵਿੱਚ ਪਾਕਿਸਤਾਨ ਆਏ ਤੇ ਉੱਥੋਂ ਉਸ ਤੋਂ ਬਾਅਦ ਮੁਖਤਲਿਫ ਪਾਕਿਸਤਾਨ ਦੇ ਜਿਹੜੇ ਸ਼ਹਿਰ ਨੇ ਉੱਥੇ ਆਬਾਦ ਹੋ ਗਏ। ਮੇਰੇ ਵਾਲਿਦ ਸਾਹਿਬ ਜਿਹੜੇ ਨੇ ਉਹਨਾਂ ਦੀ ਪੈਦਾਇਸ਼ ਤੇ ਪਾਕਿਸਤਾਨ ਦੀ ਹੈ, ਤੇ ਜਿਹੜੇ ਮੇਰੇ ਨਾਨਕੇ ਦਾਦਕੇ ਨੇ ਉਹ ਹਿਜਰਤ ਕਰਕੇ 47 ਦੇ ਵਿੱਚ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਕਿਸ ਤਰ੍ਹਾਂ ਪਾਕਿਸਤਾਨ ਬਣਿਆ, ਆਪਣੀ ਅੱਖਾਂ ਤੋਂ ਬਣਦਿਆਂ ਵੇਖਿਆ। ਤੇ ਅਸੀਂ ਬੜੇ ਸ਼ੌਕ ਨਾਲ ਕਹਾਣੀਆਂ ਵੀ ਸੁਣੀਆਂ ਆਪਣੀ ਨਾਨੀ ਤੋਂ, ਦਾਦੀ ਤੋਂ। ਜਿਸ ਵੇਲੇ ਉਹ ਸੁਣਾਉਂਦੇ ਨੇ ਕਹਾਣੀਆਂ, ਉਹਨਾਂ ਦੀ ਅੱਖਾਂ ਵਿੱਚ ਜਿਹੜੀ ਇੱਕ ਚਮਕ ਨਜ਼ਰ ਆਉਂਦੀ ਹੈ, ਬੜੀ ਕਹਾਣੀਆਂ ਦੱਸਦੀ ਹੈ। ਵਾਹ। ਤੇ ਆਈ ਹੋਪ ਕਿ ਅੱਗੇ ਅਸੀਂ ਹਜੇ ਤੱਕ ਤੇ ਅਸੀਂ ਉਸ ਮਕਾਮ ਤੱਕ ਨਹੀਂ ਪਹੁੰਚੇ, ਲੇਕਿਨ ਉਮੀਦ ਹੈ ਆਉਣੇ ਵਾਲੀ ਨਸਲਾਂ ਤੋਂ ਵੀ ਕਿ ਪਾਕਿਸਤਾਨ ਜਿਸ ਮਕਸਦ ਲਈ ਬਣਿਆ ਸੀ, ਅਸੀਂ ਉਸ ਮਕਸਦ ਨੂੰ ਇਨਸ਼ਾਅੱਲਾ। ਤੇ ਹਿਨਾ ਇਰਮ ਸਾਹਿਬਾ, ਬਹੁਤ ਸਾਰੇ ਲੋਕੀ ਸਾਨੂੰ ਮੈਸੇਜ ਕਰ ਰਹੇ ਨੇ, ਕਾਲਸ ਕਰ ਰਹੇ ਨੇ, ਤੇ ਸਾਨੂੰ ਸ਼ਫੀਕ ਸਾਹਿਬ ਨੇ ਕਾਲ ਕੀਤੀ ਹੈ ਸੁਹਾਨ ਤੋਂ। ਜੀ। ਤੇ ਕਹਿੰਦੇ ਨੇ ਕਿ ਵਰਕਸ਼ਾਪ ਤੇ ਜਿਹੜਾ ਨਾ ਮੇਰੀ ਪੂਰੀ ਟੀਮ, ਇਹਨਾਂ ਦੀ ਵੀ ਟੀਮ ਹੈ, ਕੰਮ ਕਰਨ ਵਾਲਿਆਂ ਦੀ ਟੀਮ ਹੈ ਨਾ, ਤੇ ਉਹ ਸਾਰੇ ਜਿਹੜੇ ਨੇ ਨਾ ਬੜੇ ਪਿਆਰ, ਬੜੀ ਚਾਹਤ ਨਾਲ ਸਾਨੂੰ ਸੁਣ ਰਹੇ ਨੇ। ਤੇ ਇਹਨਾਂ ਨੇ ਇੱਕ ਸਵਾਲ ਵੀ ਪੁੱਛਿਆ ਹੈ, ਕਹਿੰਦੇ ਨੇ ਕਿ ਮੇਰੇ ਇੱਕ ਦੋਸਤ ਨੇ ਤੇ ਉਹਨਾਂ ਨੂੰ ਜਿਹੜੇ ਮੁਸਤਕਬਲ ਦੇ ਖੌਫ ਲੈ ਬੈਠੇ ਨੇ ਜੀ ਕਿ ਇੱਕ ਅਨਸਰਟਨਟੀ ਦੀ ਕੈਫੀਅਤ ਹੈ, गैर यकीनी दी कि अचानक कोई हादसा हो जाएगा, कोई चीज़ मेरे ते गिर जाएगी। ते तुसी किस तरह इन्हां नूं इस गल दा जवाब दोगे? बहुत शुक्रिया जी सवाल पुछण दा। ते सब तो ज़रूरी चीज़ यह है कि ये जानना ज़रूरी है कि बैकग्राउंड की है इन अलामात दा। ਤੇ ਉਸ ਤੋਂ ਬਿਨਾ ਜਾਣਨ ਤੋਂ ਬਿਨਾ ਕੁਝ ਕਹਿਣਾ ਜੋ ਹੈ ਉਹ ਕਬਲ ਅਜ਼ ਵਕਤ ਹੀ ਹੋ ਸਕਦਾ ਹੈ। ਨਾਲ ਕੋਈ ਹਾਦਸਾ, ਜੀ खुदा न खास्ता नहीं, ज़रूरी नहीं कोई हादसा भी होए। बाज़ औक़ात छोटे छोटे लाइफ ते ऐसे स्ट्रेस होंदे ने, परेशानियां, उलझना तुसी कह लो, जड़े इवेंचुअली जो है इस शक्ल विच इंसान दे सामने आना शुरू हो जाते हैं। यानी कि उन्होंने लगेगा कि शायद कुछ बुरा ही होने वाला है या कोई परेशानी होर वधन वाली है या कोई ऐसी गल। ते उस विच बाकी सारे जड़े डायनामिक्स ने या जो बाकी उहदा पस मंज़र है ਉਹਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੀ ਜ਼ਰੀਏ ਮੁਆਸ਼ ਕੀ ਹੈ, ਉਹਨਾਂ ਦੀ ਫੈਮਿਲੀ ਡਾਇਨਾਮਿਕਸ ਕੀ ਨੇ, ਦੋਸਤ ਕਿੰਨੇ ਨੇ, ਆਪਣੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ, ਕੀ ਸਿਚੁਏਸ਼ਨਸ ਚੱਲ ਰਹੀਆਂ ਲਾਈਫ ਦੇ ਵਿੱਚ, ਇਹ ਸਾਰੀ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਬਗੈਰ, ਉਹਦੇ ਜਾਣਨ ਤੋਂ ਬਿਨਾਂ ਕੁਝ ਦੱਸਣਾ ਜਿਹੜਾ ਹੈ ਉਹ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸਹੀ। ਲੇਕਿਨ ਫਿਰ ਵੀ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਨੇ, ਤੁਸੀਂ
ਅਸੀਂ ਸਾਰੇ ਹੀ ਸਮਝਨੇ ਆ ਮਾਸ਼ੀ ਤੌਰ ਤੇ ਵੀ ਤੇ ਮਾਸ਼ਰਤੀ ਤੌਰ ਤੇ ਵੀ ਬਹੁਤ ਸਾਰੇ ਕ੍ਰਾਈਸਿਸ ਤੋਂ ਗੁਜ਼ਰ ਰਿਹਾ ਇਸ ਵਕਤ ਪਾਕਿਸਤਾਨ ਜੀ ਬੜੀਆਂ ਔਕੜਾਂ ਨੇ ਆਮ ਬੰਦੇ ਲਈ ਐਸਾ ਹੀ ਹੈ ਤੇ ਉਸ ਵਿੱਚ ਮੈਂ ਸਮਝਨੀ ਆ ਕਿ ਹਰ ਇਨਸਾਨ ਨੂੰ ਕੁਛ ਨਾ ਕੁਛ ਜੋ ਹੈ ਫਿਊਚਰ ਦੇ ਬਾਰੇ ਪਰੇਸ਼ਾਨੀਆਂ ਲਾਹਕ ਰਹਿੰਦੀਆਂ ਜੀ ਤੇ ਅਗਰ ਜਾਨਣਾ ਚਾਹੁੰਦੇ ਨੇ ਮਜ਼ੀਦ ਇਸ ਬਾਰੇ ਤੇ ਬਹੁਤ ਅੱਛੀ ਚੰਗੀ ਗੱਲ ਹੈ ਇਸ ਚੀਜ਼ ਦੀ ਨੌਲੇਜ ਵੀ ਰੱਖਣਾ ਕਿ ਜੀ ਸਾਨੂੰ ਇਹ ਪਰੇਸ਼ਾਨੀ ਹੈ ਤੇ ਸਾਨੂੰ ਇਸ ਦੇ ਇਲਾਜ ਦੀ ਤਰਫ ਜਾਂ ਇਹਨੂੰ ਹੱਲ ਕਰਨ ਦੀ ਤਰਫ ਜਾਣਾ ਚਾਹੀਏ ਜੋ ਕਿ ਸਾਡੀ ਅੱਜਕੱਲ ਦੀ ਅਪਰੋਚ ਨਹੀਂ ਹੈ ਜੀ ਤੇ ਜ਼ਰੂਰ ਕਿਸੇ ਸਾਈਕੋਲੋਜਿਸਟ ਨੂੰ ਕੰਸਲਟ ਕਰਨ ਜੀ ਤੇ ਆਪਣੇ ਆਪ ਤੇ ਭਰੋਸਾ ਰੱਖें ਬਿਲਕੁਲ ਤੇ ਮੁਸਬਤ ਸੋਚਣ ਮੁਸਬਤ ਸੋਚ ਹੈ ਬਿਲਕੁਲ ਬਹੁਤ ਸਹੀ ਤੁਸੀਂ ਕਿਹਾ ਮੁਸਬਤ ਸੋਚ ਜਿਹੜੀ ਹੈ ਉਹ ਬੜੀ ਹੀ ਇੱਕ ਤੁਸੀਂ ਕਹਿ ਲਓ ਇੱਕ ਬੜਾ ਕਲੀਦੀ ਕਿਰਦਾਰ ਅਦਾ ਕਰਦੀ ਹੈ ਇਨਸਾਨ ਦੇ ਰੋਜ਼ਮਰਰਾ ਦੇ ਰਵੱਈਆਂ ਦੇ ਅੰਦਰ ਕਿ ਕਿਸ ਤਰ੍ਹਾਂ ਉਹ ਚੀਜ਼ਾਂ ਨੂੰ ਪੋਜ਼ਿਟਿਵਲੀ ਲੇ ਔਰ ਅੱਛੇ ਦੀ ਉਮੀਦ ਰੱਖੇ ਸਹੀ ਸਾਨੂੰ ਬਾਬਰ ਸਾਹਿਬ ਸੁਣ ਰਹੇ ਨੇ ਸੁਹਾਨ ਤੋਂ ਤੇ ਇਹਨਾਂ ਨੇ ਵੀ ਸਲਾਮ ਪੇਸ਼ ਕੀਤਾ ਔਰ ਸਾਡੀ ਅੱਜ ਦੀ ਪ੍ਰਾਹੁਣੀ ਹਿਨਾ ਇਰਮ ਹੋਰਾਂ ਨੂੰ ਜੀ ਆਇਆਂ ਨੂੰ ਕਹਿ ਰਹੇ ਨੇ ਬਹੁਤ ਸ਼ੁਕਰੀਆ ਮਰੀ ਘੋੜਾ ਗਲੀ ਤੋਂ ਸਾਨੂੰ ਨੁਮਾਨ ਸਾਹਿਬ ਨੇ ਮੈਸੇਜ ਕੀਤਾ ਹੈ ਨੁਮਾਨ ਅਬਾਸੀ ਹੋਰਾਂ ਨੇ ਤੇ ਅਸੀਂ ਤੁਹਾਡੇ ਸਵਾਲ ਵੀ ਲਵਾਂਗੇ ਨੁਮਾਨ ਅਬਾਸੀ ਸਾਹਿਬ ਇਸ ਤੋਂ ਇਲਾਵਾ ਸਾਨੂੰ ਮੁਹੰਮਦ ਕਾਸ਼ਿਫ ਹੋਰਾਂ ਨੇ ਰਾਵਲਪਿੰਡੀ ਤੋਂ ਮੈਸੇਜ ਕੀਤਾ ਹੈ ਤੇ ਉਹਨਾਂ ਨੇ ਵੀ ਕੁਝ ਸਵਾਲਾਤ ਪੁੱਛੇ ਨੇ ਤੇ ਅਸੀਂ ਬਿਲਕੁਲ ਉਹ ਵੀ ਆਪਣੇ ਸ਼ੋਅ ਵਿੱਚ ਸ਼ਾਮਿਲ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਚੱਲਦਾ ਰਹੇਗਾ ਇਸ ਤੋਂ ਪਹਿਲੇ ਅਸੀਂ ਸੁਣਾਉਂਦੇ ਹਾਂ ਤੁਹਾਨੂੰ ਇੱਕ ਹੋਰ ਗੀਤ ਫਿਰ ਪਰਤ ਕੇ ਆਨੇ ਵਾਪਸ ਸੁਣਦੇ ਰਹਿਣਾ FM ਪੰਜਾਬ ਰੰਗ 99.4 ਬੰਦਾ ਬੰਦਾ ਗਰਜ਼ਾਂ ਦਾ ਬਾਦਸ਼ਾਹ ਵੇਖਿਆ ਮਨਸੂਰ ਮਲੰਗੀ ਮੁਜਾਹਿਦ ਮਨਸੂਰ ਮਲੰਗੀ ਹੋਰਾਂ ਦੀ ਆਵਾਜ਼ ਵਿੱਚ ਤੁਸੀਂ ਇੱਕ ਬੜਾ ਸੋਹਣਾ ਤੇ ਮਿੱਠਾ ਗੀਤ ਸੁਣਦੇ ਸੋ ਉਮੀਦ ਕਰਨੇ ਤੁਹਾਨੂੰ ਪਸੰਦ ਆਇਆ ਹੋਵੇਗਾ ਮੈਂ ਨਾਸਿਰ ਅਹਿਮਦ ਤੇ ਅੱਜ ਦੀ ਸਾਡੀ ਪ੍ਰਾਹੁਣੀ ਹਿਨਾ ਇਰਮ ਸਾਹਿਬਾ ਮਾਹਿਰ ਨਫਸੀਆਤ ਨੇ ਸ਼ੋਭਾ ਸਾਈਕੋਲੋਜੀ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਆਪਣੀ ਖਿਦਮਤਾਂ ਅੰਜਾਮ ਦੇ ਰਹੀਆਂ ਨੇ ਤੇ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ ਬਹੁਤ ਸਾਰੇ ਲੋਕ ਸਾਨੂੰ ਮੈਸੇਜ ਕਰ ਰਹੇ ਨੇ ਸਾਨੂੰ ਮੈਸੇਜ ਕੀਤਾ ਜੀ ਫਿਰ ਮੈਸੇਜ ਕੀਤਾ ਸ਼ਫੀਕ ਹੋਰਾਂ ਨੇ ਤੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਇਸ ਤੋਂ ਇਲਾਵਾ ਸਾਨੂੰ ਮੈਸੇਜ ਕੀਤਾ ਜੀ ਮੁਹੰਮਦ ਕਾਸ਼ਿਫ ਹੋਰਾਂ ਨੇ ਰਾਵਲਪਿੰਡੀ ਤੋਂ ਤੇ ਇਹ ਸੁਣ ਰਹੇ ਨੇ ਨਾਲ ਇਹਨਾਂ ਦੇ ਸੱਜਣ ਬੇਲੀ ਵੀ ਸੁਣ ਰਹੇ ਨੇ ਤੇ ਇਹ ਕਹਿੰਦੇ ਨੇ ਕਿ ਅੱਜ ਕੱਲ ਕੋਈ ਕਾਰੋਬਾਰ ਦਾ ਜਿਹੜਾ ਸਿਲਸਿਲਾ ਥੋੜਾ ਜਿਹਾ ਉਹ ਮਾਠਾ ਪਿਆ ਹੋਇਆ ਹੈ ਤੇ ਇਸ ਹਵਾਲੇ ਨਾਲ ਬੜੀ ਪਰੇਸ਼ਾਨੀ ਹੈ ਤੇ ਡਾਕਟਰ ਸਾਹਿਬ ਤੁਸੀਂ ਕੀ ਇਹਨਾਂ ਨੂੰ ਮਸ਼ਵਰਾ ਦਿਓਗੇ ਮੇਰਾ ਖਿਆਲ ਹੈ ਕਿ ਜਿਹੜੇ ਅੱਜ ਕੱਲ ਦੇ ਪਾਕਿਸਤਾਨ ਦੇ ਓਵਰਆਲ ਹਾਲਾਤ ਨੇ ਤੇ ਹਰ ਬੰਦਾ ਹੀ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਮੁਬਤਲਾ ਹੈ ਤੇ ਮੇਰਾ ਨਹੀਂ ਖਿਆਲ ਕਿ ਇਹਦੇ ਵਿੱਚ ਇਹਨਾਂ ਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਪਰੇਸ਼ਾਨ ਹੋਣੇ ਨਾਲ ਪਰੇਸ਼ਾਨੀ ਵੱਧਦੀ ਹੈ ਘਟਦੀ ਨਹੀਂ ਹੈ ਜੀ ਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਇਹ ਵੇ ਕਿ ਤੁਸੀਂ ਪਰੇਸ਼ਾਨ ਨਹੀਂ ਹੋਣਾ ਜੀ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਕਿਸੇ ਓਵਰ ਥਿੰਕਿੰਗ ਕਾਈਂਡ ਆਫ ਪ੍ਰੋਬਲਮ ਦਾ ਸ਼ਿਕਾਰ ਹੋ ਰਹੇ ਹੋ ਯਾਨੀ ਇੱਕ ਹੀ ਜਿਹੜੀ ਸੋਚ ਹੈ ਉਹ ਬਾਰ-ਬਾਰ ਤੁਹਾਡੇ ਜ਼ਿਹਨ ਵਿੱਚ ਆਉਂਦੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਹੈ ਉਹ ਇਹ ਵੇ ਕਿ ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਤੋਂ ਵਕਤੀ ਤੌਰ ਤੇ ਦੂਰ ਕਰਨਾ ਸਹੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵਕਤੀ ਤੌਰ ਤੇ ਉਹਨੂੰ ਛੱਡ ਦਿਓ ਕਿਸੇ ਹੋਰ ਚੀਜ਼ 'ਚ ਆਪਣੇ ਆਪ ਨੂੰ ਮਸਰੂਫ ਕਰ ਲਓ ਤਾਂ ਕਿ ਜਿਹੜੀ ਇੱਕ ਕਾਈਂਡ ਆਫ ਦੂਰੀ ਬਣ ਜਾਏ ਤੁਹਾਡੀ ਉਸ ਪਰੇਸ਼ਾਨੀ ਦੀ ਕੈਫੀਅਤ ਤੋਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਮੁxtਲਿਫ ਐਕਟੀਵਿਟੀਜ਼ ਇਖਤਿਆਰ ਕਰੋ ਜੀ ਜਿਨ੍ਹਾਂ ਵਿੱਚ ਐਕਸਰਸਾਈਜ਼ ਥੋੜੀ ਬ੍ਰੇਕ ਲੈ ਲਓ ਹਾਂਜੀ ਬ੍ਰੇਕ ਲੈ ਲਓ ਜੀ ਕਮ ਸੇ ਕਮ ਇਹ ਹੋਏਗਾ ਕਿ ਜਿਹੜੀ ਇੱਕ ਮੁਸਲਸਲ ਇੱਕ ਨੈਗੇਟਿਵ ਥਾਟਸ ਦਾ ਜਾਂ ਮੰਫੀ ਸੋਚਾਂ ਦਾ ਜਿਹੜਾ ਇੱਕ ਸਾਈਕਲ ਬਣ ਜਾਂਦਾ ਹੈ ਉਹਨੂੰ ਬ੍ਰੇਕ ਕਰਨਾ ਜ਼ਰੂਰੀ ਹੈ ਠੀਕ ਬਿਕੋਜ਼ ਐਸਾ ਹੁੰਦਾ ਹੈ ਕਿ ਜਦ ਇੱਕ ਪਰੇਸ਼ਾਨ ਥਾਟ ਆਈ ਹੈ ਕੋਈ ਵੀ ਜ਼ਿਹਨ ਦੇ ਵਿੱਚ ਕਿ ਤੁਸੀਂ ਫॉर ਮਿਸਾਲ ਦੇ ਤੌਰ ਤੇ ਇਹ ਸੋਚ ਰਹੇ ਹੋ ਕਿ ਜੀ ਮੁਸਲਸਲ ਨਾਕਾਮੀ ਹੋ ਰਹੀ ਹੈ ਹੁਣ ਮੈਂ ਕੁਝ ਨਹੀਂ ਕਰ ਸਕਦਾ ਆਪਣੀ ਲਾਈਫ ਵਿੱਚ ਤੇ ਜਿਹੜੀ ਅਗਲੀ ਵੀ ਥਾਟ ਆਣੀ ਹੈ ਨਾ ਉਹ ਵੀ ਇਹੋ ਆਣੀ ਹੈ ਕਿ ਵਾਕਈ ਤੁਸੀਂ ਕੁਝ ਨਹੀਂ ਕਰ ਸਕਦੇ ਹੁਣ ਤੁਸੀਂ ਕੁਝ ਕਰਨਾ ਵੀ ਨਹੀਂ ਹੈ ਮਿਸਾਲ ਦੇ ਤੌਰ ਤੇ ਸਭ ਤੋਂ ਜ਼ਰੂਰੀ ਇਹ ਗੱਲ ਸਾਰਿਆਂ ਵਾਸਤੇ ਹੀ ਹੈ ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਬਾਜ਼ ਔਕਾਤ ਆ ਜਾਂਦਾ ਹੈ ਤੇ ਕੋਈ ਇਸ ਵਿੱਚ ਪਰੇਸ਼ਾਨ ਜ਼ਿਆਦਾ ਹੋਣੇ ਵਾਲੀ ਗੱਲ ਨਹੀਂ ਹੈ ਤੁਸੀਂ ਸਿਰਫ ਸੋਚਣਾ ਇਹ ਵੇ ਕਿ ਆਪਣੇ ਆਪ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਤੋਂ ਅਲੱਗ ਰੱਖ ਕੇ ਬਿਕੋਜ਼ ਜਦ ਤੱਕ ਤੁਸੀਂ ਉਸ ਪਰੇਸ਼ਾਨੀ ਦੇ ਸਾਈਕਲ ਨੂੰ ਤੋੜੋਗੇ ਨਹੀਂ ਜਾਂ ਉਸ ਚੀਜ਼ ਤੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢੋਗੇ ਤੁਸੀਂ ਪੋਜ਼ਿਟਿਵਿਟੀ ਦੀ ਤਰਫ ਨਹੀਂ ਜਾ ਸਕਦੇ ਹੋ ਕਿ ਕੋਈ ਅੱਛੀ ਬਾਤ ਤੁਹਾਡੇ ਜ਼ਿਹਨ 'ਚ ਆਣੀ ਨਹੀਂ ਕਿਉਂਕਿ ਇੱਕ ਹਿਊਮਨ ਨੇਚਰ ਵੀ ਹੈ ਕਿ ਜੋ ਮੰਫੀ ਸੋਚਾਂ ਹੁੰਦੀਆਂ ਨੇ ਉਹ ਬਹੁਤ ਤੇਜ਼ੀ ਨਾਲ ਮਲਟੀਪਲਾਈ ਹੁੰਦੀਆਂ ਨੇ ਠੀਕ ਹੈ ਤੇ ਇਵੈਂਚੁਅਲੀ ਉਹ ਕਿਸੇ ਨਾ ਕਿਸੇ ਜ਼ਿਹਨੀ ਪ੍ਰੋਬਲਮ ਦਾ ਜਿਹੜਾ ਹੈ ਬਾਇਸ ਬਣ ਜਾਂਦੀਆਂ ਨੇ ਠੀਕ ਹੈ ਫਿਰ ਕੁਝ ਨਾ ਕੁਝ ਆਪਣੀ ਲਾਈਫ 'ਚ ਐਸਾ ਅੱਛਾ ਕਰਨ ਦੀ ਕੋਸ਼ਿਸ਼ ਕਰੋ ਪੋਜ਼ਿਟਿਵ ਸੋਚਣਾ ਤੇ ਇੱਕ ਗੱਲ ਹੋ ਗਈ ਦੂਜੀ ਚੀਜ਼ ਕੋਈ ਐਸੀ ਤੁਸੀਂ ਕਰ ਸਕਦੇ ਹੋ ਕਿ ਕੁਝ ਫਰਦਰ ਕੋਈ ਨਵੀਂ ਚੀਜ਼ ਐਡ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਫॉर एग्जांपल
ਥੋੜਾ ਜਿਹਾ ਬ੍ਰੇਕ ਲੈ ਕੇ ਆਪਣੀ ਫੈਮਿਲੀ ਦੇ ਨਾਲ ਟਾਈਮ ਗੁਜ਼ਾਰ ਲਓ, ਕੋਈ ਆਪਣਾ ਸਪੋਰਟ ਸਿਸਟਮ ਬਣਾ ਲਵੋ ਜਿਹਦੇ ਨਾਲ ਤੁਸੀਂ ਗੱਲ ਕਰਕੇ ਆਪਣਾ ਦਿਲ ਹਲਕਾ ਕਰ ਲਓ। ਕੋਈ ਨਾ ਕੋਈ ਐਸੀ ਚੀਜ਼ਾਂ ਜਿਹੜੀਆਂ ਨੇ ਉਹ ਬੜਾ ਤੁਹਾਨੂੰ ਹੈਲਪ ਕਰਦੀਆਂ ਨੇ ਆਪਣੇ ਆਪ ਨੂੰ ਉਸ ਸਿਚੁਏਸ਼ਨ ਤੋਂ ਨਿਕਾਲਣੇ। ਪ੍ਰੈਕਟੀਕਲੀ ਤੇ ਟਾਈਮ ਲੱਗਦਾ ਹੈ ਨਾ ਜੀ, ਇੱਕਦਮ ਤੁਸੀਂ ਐਸਾ ਨਹੀਂ ਕਰ ਸਕਦੇ ਤੁਹਾਡੀ ਜੌਬ ਨਹੀਂ ਹੈ ਜਾਂ ਪਰੇਸ਼ਾਨੀ ਹੈ ਤੁਸੀਂ ਅਗਲੇ ਹੀ ਲਮਹੇ ਕੁਝ ਐਸਾ ਨਹੀਂ ਕਰ ਸਕਦੇ ਹੋ ਕਿ ਤੁਸੀਂ ਕਰੋੜਪਤੀ ਬਣ ਜਾਓ। ਜ਼ਾਹਿਰ ਹੈ ਜੀ। ਤੇ ਪਹਿਲੀ ਜ਼ਰੂਰੀ ਚੀਜ਼ ਗੱਲ ਇਹ ਵੇ ਕਿ ਤੁਸੀਂ ਆਪਣੇ ਆਪ ਨੂੰ ਰਾਈਟ ਟਰੈਕ ਤੇ ਕਿਵੇਂ ਲੈ ਕੇ ਆਣਾ। ਠੀਕ, ਜਦ ਤੁਸੀਂ ਇੱਕ ਵਾਰੀ ਰਾਈਟ ਟਰੈਕ ਤੇ ਆ ਜਾਂਦੇ ਹੋ, ਤੁਹਾਡੀ ਸੋਚ ਜਦੋਂ ਪੋਜ਼ਿਟਿਵ ਹੋਣ ਲੱਗਦੀ ਹੈ, ਮਸਬਤ ਹੋਣ ਲੱਗਦੀ ਹੈ, ਤੇ ਨੈਕਸਟ ਤੁਹਾਨੂੰ ਫਿਰ ਓਪਰਚੁਨਿਟੀਜ਼ ਵੀ ਨਜ਼ਰ ਆਉਂਦੀਆਂ ਨੇ। ਸਹੀ, ਜਦ ਤੱਕ ਤੁਸੀਂ ਮੰਫੀ ਸੋਚ ਦੇ ਵਿੱਚ ਰਹੋਗੇ, ਓਵਰ ਥਿੰਕਿੰਗ 'ਚ ਲੱਗੇ ਰਹੋਗੇ, ਕਦੀ ਵੀ ਤੁਹਾਨੂੰ ਸਾਹਮਣੇ ਵੀ ਇਸ ਬਾਜ਼ੋਕਾਤ ਬਹੁਤ ਸਾਰੇ ਸੋਲੂਸ਼ਨਸ ਨਜ਼ਰ ਆ ਰਹੇ ਹੁੰਦੇ ਨੇ ਲੇਕਿਨ ਉਹ ਪਰੇਸ਼ਾਨੀ ਵਿੱਚ ਨਜ਼ਰ ਹੀ ਨਹੀਂ ਆਉਂਦੇ। ਠੀਕ, ਤੇ ਓਵਰ ਥਿੰਕਿੰਗ ਦੇ ਹਵਾਲੇ ਨਾਲ ਹੀ ਸਾਨੂੰ ਅਰਸ਼ਦ ਅਲੀ ਹੋਰਾਂ ਨੇ ਰਾਵਲਪਿੰਡੀ ਤੋਂ ਉਹਨਾਂ ਨੇ ਮੈਸੇਜ ਘੱਲਿਆ ਤੇ ਉਹ ਕਹਿੰਦੇ ਨੇ ਮੈਂ ਵੀ ਐਵੇਂ ਉਲਟਾ ਸਿੱਧਾ ਸੋਚਦਾ ਰਹਿਣਾ ਜਿਹਨੂੰ ਓਵਰ ਥਿੰਕਿੰਗ ਕਹਿੰਦੇ ਨੇ, ਤੇ ਇਹਦਾ ਕੀ ਹੱਲ ਹੈ? ਮੇਰਾ ਖਿਆਲ ਹੈ ਸਵਾਲ ਦਾ ਜਵਾਬ ਮੈਂ ਪਹਿਲੇ ਦੇ ਚੁੱਕੀ ਹਾਂ ਤੇ ਥੋੜਾ ਜਿਹਾ ਔਰ ਇਹਦੇ ਵਿੱਚ ਐਡ ਅਗਰ ਮੈਂ ਕਰਦਾ ਤੇ ਸੋਚਣਾ ਕੋਈ ਬੁਰੀ ਗੱਲ ਨਹੀਂ, ਮਾੜੀ ਗੱਲ ਨਹੀਂ ਹੈ। ਸੋਚਦੇ ਰਹਿਣਾ ਚਾਹੀਦਾ ਇਨਸਾਨ ਨੂੰ। ਇੱਕ ਵਰਕਿੰਗ ਬ੍ਰੇਨ ਦੀ ਨਿਸ਼ਾਨੀ ਹੈ ਕਿ ਤੁਸੀਂ ਕੁਝ ਸੋਚ ਰਹੇ ਹੋ, ਲੇਕਿਨ ਪਲਾਨ ਕਰਨਾ ਚਾਹੀਦਾ ਇਨਸਾਨ ਨੂੰ ਕਿ ਤੁਸੀਂ ਕੀ ਕਰਨਾ ਹੈ ਤੇ ਸਿਰਫ ਵਕਤੀ ਤੌਰ ਤੇ ਤੁਸੀਂ ਸਿਰਫ ਉਸ ਚੀਜ਼ ਦੇ ਬਾਰੇ ਵਿੱਚ ਸੋਚੋ। ਅਸੀਂ ਕੀ ਕਰਦੇ ਹਾਂ, ਅਸੀਂ ਇਹ ਵੀ ਕਰਨਾ ਹੈ, ਉਹ ਵੀ ਕਰਨਾ ਹੈ, ਫਲਾਣੀ ਚੀਜ਼ ਵੀ ਕਰਨੀ ਹੈ, ਫਲਾਣੀ ਚੀਜ਼ ਵੀ ਕਰਨੀ ਹੈ, ਤੇ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸਲ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ ਜੀ। ਆਪਣੇ ਆਪ ਨੂੰ ਫੋਕਸ ਰੱਖਣਾ ਚਾਹੀਦਾ ਕਿ ਫੋਰ ਐਗਜ਼ਾਮਪਲ ਤੁਸੀਂ ਇੱਕ ਦਿਨ ਦਾ ਕੋਈ ਪਲਾਨ ਬਣਾ ਲਓ ਕਿ ਅੱਜ ਦੇ ਦਿਨ ਅਸੀਂ ਇਹ ਚੀਜ਼ਾਂ ਕਰਨੀਆਂ ਨੇ ਤੇ ਇਹ ਚੀਜ਼ਾਂ ਅਸੀਂ ਨਹੀਂ ਕਰਨੀਆਂ ਨੇ। ਜਿੰਨਾ ਤੁਸੀਂ ਸਪੈਸੀਫਿਕ ਹੋ ਜਾਓਗੇ, ਜਿੰਨਾ ਤੁਸੀਂ ਫੋਕਸ ਰਹਿਣ ਦੀ ਕੋਸ਼ਿਸ਼ ਕਰੋਗੇ, ਉਤਨਾ ਹੀ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਓਵਰ ਥਿੰਕਿੰਗ ਤੋਂ ਬਚਾਉਣ ਦੀ ਕੋਸ਼ਿਸ਼ ਕਰੋਗੇ। ਬਾਕੀ ਹੋਰ ਸਪੋਰਟ ਵੀ ਬਹੁਤ ਸਾਰੀ ਚੀਜ਼ਾਂ ਨੇ। ਆਈ ਹੋਪ ਕਿ ਮੈਂ ਕਿਸੇ ਹੱਦ ਤੱਕ ਇਸ ਸਵਾਲ ਦਾ ਜਵਾਬ ਦਿੱਤਾ ਹੈ, ਤੇ ਨੈਕਸਟ ਇਨਸ਼ਾਅੱਲਾ ਕਦੀ ਮੌਕਾ ਮਿਲਿਆ ਤੇ ਇਹਦੇ ਉੱਤੇ ਪੂਰਾ ਇੱਕ ਪ੍ਰੋਗਰਾਮ ਕਰਾ ਜਾ ਸਕਦਾ ਜੀ। ਜ਼ਰੂਰ, ਕਿਉਂ ਨਹੀਂ। ਤੇ ਨੁਮਾਨ ਅਲੀ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਹੈ ਮਰੀ ਗੋੜਾ ਗਲੀ ਤੋਂ। ਤੇ ਨੁਮਾਨ ਸਾਹਿਬ, ਸਭ ਤੋਂ ਪਹਿਲੇ ਤੇ ਦੱਸੋ ਕਿ ਮਰੀ ਦਾ ਮੌਸਮ ਕੈਸਾ ਹੈ? ਕੋਈ ਮੌਸਮ ਜਿਹੜਾ ਚੰਗਾ ਹੋਇਆ, ਸਰਦੀ ਦੀ ਸ਼ਿੱਦਤ 'ਚ ਕੋਈ ਘਾਟਾ ਆਇਆ ਕਿ ਨਹੀਂ? ਤੇ ਇਹ ਕਹਿ ਰਹੇ ਨੇ ਕਿ ਮੈਂ ਐਫਏ ਦੀ ਡਿਗਰੀ ਲਈ ਹੈ ਤੇ ਇਹ ਹਿਨਾ ਇਰਮ ਸਾਹਿਬਾ ਤੁਹਾਡੇ ਕੋਲ ਪੁੱਛ ਰਹੇ ਨੇ ਕਿ ਅੱਗੇ ਮੈਂ ਸਾਈਕੋਲੋਜੀ ਵਿੱਚ ਐਡਮਿਸ਼ਨ ਲੈ ਸਕਣਾ? ਜੀ ਬਿਲਕੁਲ, BS ਆਨਰਸ ਦੇ ਵਿੱਚ ਤੁਸੀਂ ਜਾਂ ਜੋ ਵੀ ਐਸੋਸੀਏਟ ਡਿਗਰੀ ਪ੍ਰੋਗਰਾਮ ਨੇ ਸਾਈਕੋਲੋਜੀ ਦੇ, ਉਹਨਾਂ ਦੇ ਵਿੱਚ ਐਡਮਿਸ਼ਨ ਤੁਸੀਂ ਲੈ ਸਕਦੇ ਹੋ। ਤੇ ਮਿਨੀਮਮ ਕ੍ਰਾਈਟੇਰੀਆ ਮੋਸਟਲੀ ਜਿਹੜਾ ਹੁੰਦਾ ਹੈ ਉਹ 45% ਹੈ ਜਾਂ ਮੈਕਸਿਮਮ ਹੋਇਆ ਤੇ 50% ਮਾਰਕਸ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਤੇ ਇਸ ਦੀ ਵੀ ਕੋਈ ਸ਼ਰਤ ਨਹੀਂ ਕਿ ਤੁਸੀਂ ਪਹਿਲੇ ਸਾਈਕੋਲੋਜੀ ਪੜ੍ਹੀ ਹੋਵੇ ਤੇ ਤੁਸੀਂ ਬਿਸਮਿਲ੍ਲਾ ਕਰੋ, ਅਪਲਾਈ ਕਰੋ, ਜ਼ਰੂਰ ਪੜ੍ਹ ਸਕਦੇ ਹੋ ਸਾਈਕੋਲੋਜੀ। ਹਾਂ, ਲੋ ਜੀ, ਗੱਲਬਾਤ ਦਾ ਸਿਲਸਿਲਾ ਤੇ ਚੱਲਦਾ ਰਹੇਗਾ। ਸਾਡੇ ਨਾਲ ਮੌਜੂਦ ਨੇ ਹਿਨਾ ਇਰਮ ਸਾਹਿਬਾ, ਅਸਿਸਟੈਂਟ ਪ੍ਰੋਫੈਸਰ ਨੇ ਸ਼ੋਭਾ ਸਾਈਕੋਲੋਜੀ ਰਾਵਲਪਿੰਡੀ ਵੂਮਨ ਯੂਨੀਵਰਸਿਟੀ ਦੇ ਵਿੱਚ। ਤੇ ਇੱਕ ਹੋਰ ਗੀਤ ਸੁਣਨੇ ਆ, ਫਿਰ ਪਰਤ ਕੇ ਆਨੇ ਵਾਪਸ। ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ, ਸਾਨੂੰ ਮੈਸੇਜ ਕਰ ਲਓ 05192919501 ਤੇ। ਲੋ ਜੀ, ਪਰਤ ਕੇ ਇੱਕ ਵਾਰੀ ਫੇਰ ਤੁਹਾਡੇ ਨਾਲ ਮੈਂ ਨਾਸਿਰ ਅਹਿਮਦ ਤੇ ਅੱਜ ਦੀ ਸਾਡੀ ਪ੍ਰਾਹੁਣੀ ਹਿਨਾ ਇਰਮ ਸਾਹਿਬਾ ਮਾਜ਼ਰਤ ਤੇ ਇਹਨਾਂ ਦਾ ਸ਼ੋਭਾ ਜੀ ਸਾਈਕੋਲੋਜੀ ਮਾਹਿਰ ਨਫਸੀਆਤ ਨੇ। ਤੇ ਬਹੁਤ ਸਾਰੇ ਲੋਕ ਸਾਨੂੰ ਸਵਾਲ ਕਰ ਰਹੇ ਨੇ ਤੇ ਅਸੀਂ ਇਹਨਾਂ ਕੋਲ ਪੁੱਛ ਵੀ ਰਹੇ ਹਾਂ ਤੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਹਿਨਾ ਇਰਮ ਸਾਹਿਬਾ, ਤੁਸੀਂ ਸਾਡੇ ਸੁਣਨ ਵਾਲਿਆਂ ਲਈ ਦੱਸੋ ਕਿ ਸਾਈਕੈਟਰਿਸਟ ਤੇ ਸਾਈਕੋਲੋਜਿਸਟ ਵਿੱਚ ਕੀ ਫਰਕ ਹੈ? ਜੀ ਬਿਲਕੁਲ, ਜ਼ਰੂਰ। ਸਾਈਕੋਲੋਜਿਸਟ ਜਿਹੜਾ ਹੈ ਤੇ ਸਾਈਕੈਟਰਿਸਟ ਦੋਨਾਂ ਦੇ ਵਿੱਚ ਬੜਾ ਬੁਨਿਆਦੀ ਫਰਕ ਹੈ। ਤੇ ਪਹਿਲਾ ਜਿਹੜਾ ਬੁਨਿਆਦੀ ਫਰਕ ਹੈ ਜਿਹੜਾ ਜਾਣਨਾ ਜ਼ਰੂਰੀ ਹੈ ਉਹ ਵੇ ਡਿਗਰੀ ਦਾ। ਠੀਕ ਹੈ, ਤੇ ਜਿਹੜੇ ਸਾਈਕੈਟਰਿਸਟ ਨੇ ਉਹ ਬੇਸਿਕਲੀ MBBS ਡਾਕਟਰਸ ਹੁੰਦੇ ਨੇ ਤੇ ਉਹਦੇ ਬਾਅਦ ਉਹ ਸਾਈਕੋਲੋਜੀ ਦੇ ਵਿੱਚ ਸਪੈਸ਼ਲਾਈਜੇਸ਼ਨ ਆਪਣੀ ਕਰਦੇ ਨੇ ਮੁਕੰਮਲ। ਠੀਕ ਹੈ, ਫਿਰ ਉਹ ਮੈਡੀਸਨ ਵੀ ਪ੍ਰਿਸਕ੍ਰਾਈਬ ਕਰ ਸਕਦੇ ਨੇ, ਡਿਫਰੈਂਟ ਤਰ੍ਹਾਂ ਦੇ ਹੋਰ ਟ੍ਰੀਟਮੈਂਟ, ਫॉर ਐਗਜ਼ਾਮਪਲ ECT ਵਗੈਰਾ, ਜਿਵੇਂ ਸ਼ੌਕ ਥੈਰੇਪੀ, ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਅਪਲਾਈ ਕਰ ਸਕਦੇ ਨੇ। ਲੇਕਿਨ ਜਿਹੜਾ ਸਾਈਕੋਲੋਜਿਸਟ ਹੈ ਉਹ ਸਿੰਪਲ ਉਹਦੇ ਕੋਲ ਪਹਿਲੇ ਡਾਕਟਰੇਟ ਦੀ ਡਿਗਰੀ ਜਾਂ ਕੋਈ ਹੋਰ ਸਪੈਸ਼ਲਾਈਜੇਸ਼ਨ, ਜਿਸ ਤਰ੍ਹਾਂ ਕਲੀਨਿਕਲ ਸਾਈਕੋਲੋਜੀ ਵਿੱਚ ਡਿਪਲੋਮਾ ਹੋ ਗਿਆ ਜਾਂ ਕਿਸੇ ਹੋਰ ਪਾਰਟਿਕੂਲਰ ਟੈਕਨੀਕ ਵਿੱਚ ਡਿਪਲੋਮਾ ਜਾਂ ਟ੍ਰੇਨਿੰਗ ਹੋ ਗਈ, ਉਸ ਤੋਂ ਬਾਅਦ ਉਹ ਐਜ਼ ਅ ਸਾਈਕੋਲੋਜਿਸਟ ਪ੍ਰੈਕਟਿਸ ਕਰ ਸਕਦੇ ਨੇ। ਤੇ ਉਹਨਾਂ ਦਾ ਜਿਹੜਾ ਮੋਡ ਆਫ ਟ੍ਰੀਟਮੈਂਟ ਹੈ ਯਾਨੀ ਕਿ ਤਰੀਕਾ ਇਲਾਜ ਹੈ ਉਹ ਕਾਉਂਸਲਿੰਗ ਜਾਂ ਸਾਈਕੋਥੈਰੇਪੀ ਹੈ। ਆਮ ਤੌਰ ਤੇ ਉਹ ਮੈਡੀਸਿਨਸ ਜਾਂ ਡਿਸਕ੍ਰਾਈਬ ਨਹੀਂ ਕਰਦੇ ਤੇ ਅਗਰ ਬਹੁਤ ਜ਼ਿਆਦਾ ਜ਼ਰੂਰਤ ਪਏ ਕਿਸੇ ਸੀਰੀਅਸ ਕਿਸਮ ਦੇ ਮਸਲੇ ਵਾਸਤੇ ਤੇ ਫਿਰ ਸਾਈਕੈਟਰਿਸਟ ਨੂੰ ਕੰਸਲਟ ਕਰਨਾ ਪੈਂਦਾ ਨਾਲ ਤਾਂ ਕਿ ਮੈਡੀਕੇਸ਼ਨ ਪ੍ਰਿਸਕ੍ਰਾਈਬ ਕਰੀ ਜਾ ਸਕੇ। ਲੇਕਿਨ ਸਾਈਕੋਲੋਜਿਸਟ ਜਿਹੜਾ ਮਾਹਿਰ ਨਫਸੀਆਤ ਹੈ ਉਹ ਮੈਡੀਕੇਸ਼ਨ ਪ੍ਰਿਸਕ੍ਰਾਈਬ ਨਹੀਂ ਕਰਦਾ ਤੇ ਉਹਦਾ ਮੇਨ ਫੋਕਸ ਜਿਹੜਾ ਹੈ ਉਹ ਥੈਰੇਪੀ ਦੇ ਉੱਤੇ ਰਹਿੰਦਾ ਹੈ, ਜਿਹਨੂੰ ਅਸੀਂ ਟਾਕਿੰਗ ਕਿਉਰ ਵੀ ਕਹਿੰਦੇ ਨੇ, ਯਾਨੀ ਗੱਲਾਂ ਬਾਤਾਂ ਨਾਲ ਇਲਾਜ ਕਰਨਾ।
ਇਹ ਬੁਨਿਆਦੀ ਜਿਹੜੇ ਫਰਕ ਹੈ ਉਹ ਇਹ ਵੇ। ਠੀਕ ਹੈ ਇਲਮ ਸਾਹਿਬ, ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ, ਸਾਨੂੰ ਮੈਸੇਜ ਕੀਤਾ ਹੈ ਸਬਾਹਤ ਸ਼ੀਰੀ ਹੋਰਾਂ ਨੇ ਤੇ ਪ੍ਰੋਗਰਾਮ ਨੂੰ ਬੜਾ ਪਸੰਦ ਕਰ ਰਹੀਆਂ ਨੇ ਤੇ ਮਿਸਿਸ ਸਈਦ ਨੂੰ ਸਲਾਮ ਵੀ ਦੇ ਰਹੀਆਂ ਨੇ। ਇਹਦੇ ਨਾਲ ਸਾਨੂੰ ਜ਼ੇਬਾ ਖਾਤੂਨ ਹੋਰਾਂ ਨੇ ਵੀ ਮੈਸੇਜ ਕੀਤਾ ਹੈ ਤੇ ਉਹ ਕਹਿ ਰਹੀਆਂ ਨੇ ਕਿ ਇੱਕ ਗੀਤ ਸੁਣਾ ਦਿਓ ਮਾਇਆ ਕਸ਼ਮੀਰ ਦਿਆ। ਤੇ ਤਾਬਿਸ਼ ਸਾਹਿਬ ਤੁਸੀਂ ਇਹ ਗੀਤ ਵੀ ਕੱਢ ਕੇ ਰੱਖੋ। ਤੇ ਇਲਮ ਸਾਹਿਬਾ ਸਾਨੂੰ ਚੂੰਕਿ ਬਹੁਤ ਸਾਰੇ ਸਟੂਡੈਂਟ ਵੀ ਸੁਣ ਰਹੇ ਨੇ ਤੇ ਤੁਸੀਂ ਇਹ ਦੱਸੋ ਕਿ ਜਿਹੜਾ ਨਫਸੀਆਤ ਦਾ ਜਿਹੜਾ ਸਿਲੇਬਸ ਹੈ, ਨਿਸਾਬ ਹੈ, ਉਹ ਕਿਵੇਂ ਤਿਆਰ ਕੀਤਾ ਜਾਂਦਾ ਹੈ, ਤੁਸੀਂ ਕਿਵੇਂ ਇਹਨੂੰ ਤਿਆਰ ਕਰਦੇ ਹੋ? ਅੱਛਾ, ਜਿਹੜਾ ਨਿਸਾਬ ਹੈ, ਕੋਈ ਵੀ ਨਿਸਾਬ ਹੋਏ, ਚਾਹੇ ਸਾਈਕੋਲੋਜੀ ਹੈ ਜਾਂ ਕੋਈ ਵੀ ਹੋਰ ਬੇਸਿਕ ਸਾਇੰਸਿਸ ਨੇ ਜਾਂ ਕੋਈ ਵੀ ਸਬਜੈਕਟ ਹੈ, ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਵੇ ਸਟੂਡੈਂਟ ਇਟਸੈਲਫ, ਕਿ ਉਹਨਾਂ ਦੀ ਮੈਂਟਲ ਕੈਪੇਬਿਲਿਟੀ ਕੀ ਹੈ, ਕਿਸ ਲੈਵਲ ਤੱਕ ਉਹਨਾਂ ਨੂੰ ਜਿਹੜਾ ਸਬਜੈਕਟ ਹੈ ਉਹ ਪੜ੍ਹਾਉਣਾ ਜ਼ਰੂਰੀ ਹੈ। ਤੇ ਨਾਲ ਜੋ ਕਰੰਟ ਟ੍ਰੈਂਡਸ ਨੇ, ਯਾਨੀ ਜੋ ਰੁਝਾਨਾਤ ਜਿਹੜੇ ਚੱਲ ਰਹੇ ਨੇ ਅੱਜ ਕੱਲ੍ਹ ਦੇ ਵਕਤ ਦੇ ਨਾਲ ਉਹ ਕੀ ਚੱਲ ਰਹੇ ਨੇ, ਤਾਂ ਕਿ ਅਪਡੇਟਡ ਜਿਹੜਾ ਨਿਸਾਬ ਹੈ ਜਾਂ ਜੋ ਕੰਟੈਂਟ ਹੈ ਉਹ ਉਹਨਾਂ ਤੱਕ ਪਹੁੰਚਾਇਆ ਜਾ ਸਕੇ। ਠੀਕ ਹੈ, ਤੇ ਜੋ ਵੀ ਅਸੀਂ ਸਬਜੈਕਟ ਪੜ੍ਹਾਉਂਦੇ ਹਾਂ, ਸਾਈਕੋਲੋਜੀ ਦੇ ਅੰਦਰ ਵੀ ਫਰਦਰ ਬਹੁਤ ਸਾਰੀ ਬ੍ਰਾਂਚਿਸ ਨੇ, ਸਬਜੈਕਟਸ ਨੇ, ਜਿਹੜੇ ਸਾਈਕੋਲੋਜੀ ਨੂੰ ਅਸੀਂ ਜਦ BS ਲੈਵਲਸ ਤੇ ਖਾਸ ਤੌਰ ਤੇ ਪੜ੍ਹਾਇਆ ਜਾਂਦਾ ਹੈ ਤੇ ਬੜੀ ਡਿਟੇਲ ਵਿੱਚ ਪੜ੍ਹਾਇਆ ਜਾਂਦਾ ਹੈ ਹਰ ਸਬਜੈਕਟ, ਤੇ ਹਰ ਸਬਜੈਕਟ ਦਾ ਇੱਕ ਆਪਣਾ ਵਿਜ਼ਨ ਹੁੰਦਾ ਹੈ, ਆਪਣੇ ਆਬਜੈਕਟਿਵਸ ਹੁੰਦੇ ਨੇ, ਤੇ ਉਸ ਹਿਸਾਬ ਨਾਲ ਫਿਰ ਜਿਹੜਾ ਨਿਸਾਬ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਮਿਲ ਕਰੀਆਂ ਜਾਂਦੀਆਂ ਨੇ। ਕਿ BS ਦਾ ਸਟੂਡੈਂਟ ਹੈ, ਐਸਾ ਵੀ ਨਾ ਉਹਦੇ ਵਿੱਚ ਕੰਟੈਂਟ ਆ ਜਾਏ ਜਿਹੜਾ ਲੱਗੇ ਕਿ ਜੀ MS PhD ਲੈਵਲ ਦਾ ਆ ਗਿਆ ਜਾਂ ਉਸ ਤੋਂ ਘੱਟ ਵੀ ਨਹੀਂ ਹੋਣਾ ਚਾਹੀਦਾ। ਐਸੇ ਸਾਰੀ ਚੀਜ਼ਾਂ ਜਿਹੜੀ ਕਰੰਟ ਰਿਸਰਚਿਸ ਨੇ, ਥਿਊਰੀਜ਼ ਨੇ, ਮਾਡਲਸ, ਪਰਸਪੈਕਟਿਵ, ਜਿਹੜੀਆਂ ਵੀ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀ ਇੱਕ ਸਬਜੈਕਟ ਨੂੰ ਬੇਸਿਕ ਤੌਰ ਤੇ ਸਮਝਣ ਲਈ ਰਿਕੁਆਇਰਡ ਨੇ, ਉਹ ਸਾਰੀ ਅਸੀਂ ਕੋਸ਼ਿਸ਼ ਕਰਦੇ ਨੇ ਕਿ ਇੱਕ ਸਕੀਮ ਦੇ ਤਹਿਤ ਉਸ ਵਿੱਚ ਅਸੀਂ ਸ਼ਾਮਿਲ ਕਰ ਲਈਏ। ਠੀਕ, ਤੇ ਇਲਮ ਸਾਹਿਬਾ ਸਾਨੂੰ ਬਹੁਤ ਸਾਰੇ ਵਾਲਿदैन ਵੀ ਸੁਣ ਰਹੇ ਨੇ ਤੇ ਤਲਬਾ ਵੀ ਸੁਣ ਰਹੇ ਨੇ, ਤੇ ਤੁਸੀਂ ਉਹਨਾਂ ਲਈ ਸਾਨੂੰ ਦੱਸੋ ਕਿ ਜਿਹੜੀ ਫੀਲਡ ਹੈ ਸਾਈਕੋਲੋਜੀ ਦੀ, ਨਫਸੀਆਤ ਦੀ ਜਿਹੜੀ ਫੀਲਡ ਹੈ, ਇਹਦਾ ਕਿੰਨਾ ਕੁ ਸਕੋਪ ਹੈ? ਆਮ ਤੌਰ ਤੇ ਬੜੀ ਇੱਕ ਗਲਤਫਹਿਮੀ ਪਾਈ ਜਾਂਦੀ ਹੈ ਲੋਕਾਂ ਦੇ ਵਿੱਚ ਕਿ ਸ਼ਾਇਦ ਇਹਦਾ ਸਕੋਪ ਨਹੀਂ ਹੈ, ਤੇ ਇਹਨਾਂ ਦੇ ਇਸ ਵਿੱਚ ਮੈਂ ਲੋਕਾਂ ਨੂੰ ਵੀ ਇੰਨਾ ਗਲਤ ਨਹੀਂ ਕਵਾਂਗੀ, ਬਿਕੋਜ਼ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਇੰਨੇ ਮੌਕੇ ਸ਼ਾਇਦ ਨਹੀਂ ਨੇ ਸਾਈਕੋਲੋਜਿਸਟ ਵਾਸਤੇ। ਤੇ ਇਸ ਵਿੱਚ ਬੜੀ ਖੁਸ਼ਾਇਨ ਗੱਲ ਇਹ ਵੇ ਕਿ ਮੌਜੂਦਾ ਤੌਰ ਤੇ ਕਾਫੀ ਚੇਂਜਸ ਆਣਾ ਸ਼ੁਰੂ ਹੋਏ ਨੇ, ਲੋਕਾਂ ਨੇ ਜਿਹੜਾ ਹੈ ਸਾਈਕੋਲੋਜੀ ਨੂੰ ਵੀ ਐਜ਼ ਅ ਪ੍ਰੋਫੈਸ਼ਨ ਲੈਣਾ ਸ਼ੁਰੂ ਕੀਤਾ ਹੈ, ਨਾਲ ਟੀਚਿੰਗ ਤੋਂ ਇਲਾਵਾ ਵੀ, ਵਰਨਾ ਟੀਚਿੰਗ ਤੇ ਇੱਕ ਆਪਸ਼ਨ ਹੈ ਹੀ ਹੈ ਨਾ, ਜਿਹੜਾ ਕੁਝ ਵੀ ਨਹੀਂ ਕਰ ਰਿਹਾ ਤੇ ਚਲੋ ਟੀਚਿੰਗ ਵਿੱਚ ਜਿਹੜੇ ਨੇ ਸ਼ਾਮਿਲ ਹੋ ਜਾਂਦੇ ਨੇ, ਐਸੀ ਗੱਲ ਨਹੀਂ ਹੈ। ਸਾਈਕੋਲੋਜੀ ਦਾ ਬੜਾ ਸਕੋਪ ਹੈ, ਡਿਫਰੈਂਟ ਫੀਲਡਸ ਨੇ ਜਿੱਥੇ ਸਾਈਕੋਲੋਜਿਸਟ ਦੀ ਜ਼ਰੂਰਤ ਰਹਿੰਦੀ ਹੈ, ਤੇ ਸਾਡੀ ਗਵਰਨਮੈਂਟ ਵੀ ਜਿਹੜਾ ਹੈ ਉਹ ਹਾਇਰਿੰਗ ਕਰਦੀ ਰਹਿੰਦੀ ਹੈ ਇਸ ਹਵਾਲੇ ਨਾਲ। ਫੋਰ ਐਗਜ਼ਾਮਪਲ ਕਲੀਨਿਕਲ ਸਾਈਕੋਲੋਜਿਸਟ ਦੀ ਫੀਲਡ ਹੈ, ਇਸ ਤਰਫ ਜਾ ਸਕਦੇ ਨੇ। ਫੋਰੈਂਸਿਕ ਸਾਈਕੋਲੋਜੀ ਬੜੀ ਅੱਛੀ ਫੀਲਡ ਹੈ, ਜਿੱਥੇ ਜੇਲਾਂ ਦੇ ਵਿੱਚ ਜਾ ਕੇ ਸਾਈਕੋਲੋਜਿਸਟ ਨੇ ਜਿਹੜੇ ਉੱਥੇ ਪ੍ਰਿਜ਼ਨਸ ਵਿੱਚ ਕੈਦੀ ਨੇ ਜਾਂ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ, ਪ੍ਰੋਬਲਮਸ ਹੈ, ਉਹਨਾਂ ਨੂੰ ਹੈਲਪ ਕਰ ਸਕਦੇ ਨੇ। ਫਿਰ ਇਸ ਤੋਂ ਇਲਾਵਾ ਸਕੂਲ ਵਿੱਚ, ਇੰਡਸਟਰੀਜ਼ ਵਿੱਚ, ਈਵਨ ਸਪੋਰਟਸ ਸਾਈਕੋਲੋਜੀ ਜਿਹੜੀ ਇੱਕ ਲੇਟੈਸਟ ਫੀਲਡ ਹੈ ਸਾਈਕੋਲੋਜੀ ਦੀ, ਬੜਾ ਸਕੋਪ ਬਹੁਤ ਹੈ। ਅਗਰ ਤੁਸੀਂ ਪੈਸ਼ਨ ਨਾਲ ਕਿਸੇ ਵੀ ਕੰਮ ਨੂੰ ਕਰੋ ਤੇ ਮੇਰਾ ਖਿਆਲ ਹੈ ਤੁਹਾਨੂੰ ਹਰ ਜਗ੍ਹਾ ਹੀ ਸਕੋਪ ਨਜ਼ਰ ਆਉਂਦਾ ਹੈ। ਨਾਲ ਰੀਹੈਬਿਲਿਟੇਸ਼ਨ ਵਿੱਚ ਸਾਈਕੋਲੋਜੀ ਦਾ ਬੜਾ ਇੰਪੋਰਟੈਂਟ ਰੋਲ ਹੈ, ਡਰੱਗ ਐਡਿਕਸ਼ਨ ਨੂੰ ਕੰਟਰੋਲ ਕਰਨਾ ਤੇ ਲੋਕਾਂ ਨੂੰ ਰੀਹੈਬਿਲਿਟੇਸ਼ਨ ਦੀ ਤਰਫ ਲੈ ਕੇ ਜਾਣਾ, ਨਾਲ ਕ੍ਰਾਈਸਿਸ ਮੈਨੇਜਮੈਂਟ, ਸਟ੍ਰੈਸ ਮੈਨੇਜਮੈਂਟ, ਇਸ ਤਰ੍ਹਾਂ ਦੀ ਚੀਜ਼ਾਂ ਕਾਫੀ ਚੀਜ਼ਾਂ ਨੇ। ਲੋ ਜੀ, ਅਸੀਂ ਸੁਣਨ ਵਾਲਿਆਂ ਨੂੰ ਦੱਸਦੇ ਚੱਲੀਏ ਕਿ ਤੁਹਾਡੇ ਬੱਚੇ ਅਗਰ ਨਫਸੀਆਤ ਵਿੱਚ ਦਿਲਚਸਪੀ ਰੱਖਦੇ ਨੇ ਤੇ ਤੁਸੀਂ ਉਹਨਾਂ ਨੂੰ ਜ਼ਰੂਰ ਇਸ ਮਜ਼ਮੂਨ ਵੱਲ ਆਉਣ ਦਿਓ, ਕਿਉਂਕਿ ਇਹਦਾ ਨਾ ਸਿਰਫ ਪਾਕਿਸਤਾਨ ਬਲਕਿ ਪੂਰੀ ਦੁਨੀਆ ਵਿੱਚ ਇਹਦਾ ਇੱਕ ਬੜੀ ਮੰਗ ਹੈ। ਤੇ ਇਹਦੇ ਨਾਲ ਹੀ ਸਾਡੇ ਇੱਕ ਬੜੇ ਪਿਆਰੇ ਮਿੱਤਰ ਬੇਲੀ ਆਮਰ ਅਲੀ ਹੋਰੀ ਸਾਨੂੰ PWD ਤੋਂ ਸੁਣ ਰਹੇ ਨੇ ਤੇ ਜੰਗ ਦੇ ਨਾਲ ਇਹਨਾਂ ਦਾ ਤਾਲੁਕ ਹੈ। ਤੇ ਆਮਰ ਸਾਹਿਬ, ਅਸੀਂ ਤੁਹਾਨੂੰ ਆਪਣੇ FM ਪੰਜਾਬ ਰੰਗ ਦੇ ਸ਼ੋਅ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਤੇ ਸ਼ੋਅ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਆ। ਜ਼ੇਬਾ ਖਾਤੂਨ ਹੋਰਾਂ ਦੀ फरमाइश ते गीत तुहानूं सुनाने फिर परत के आने वापस सुनते रहना FM पंजाब रंग 99.4। लो जी, परत के आ गए एक बार फिर वापस, तुसीं सुन रहे हो FM पंजाब रंग 99.4 ते 051929521 ते बहुत सारे लोग सानूं मैसेज कर रहे ने। उस्ताद शफीक होरां ने ते काशिफ होरां ने कहा कि तुसीं साडी फरमाइश नहीं पूरी कीती। बिल्कुल तुहाडी असीं फरमाइश पूरी करांगे। ਤੇ ਇਸ ਤੋਂ ਇਲਾਵਾ ਸਾਨੂੰ ਖਾਲਿਦ ਇਨਾਇਤ ਹੋਰਾਂ ਨੇ ਕਾਲ ਕੀਤੀ ਹੈ ਤੇ ਉਹਨਾਂ ਨੇ ਸ਼ੋਅ ਨੂੰ ਬੜਾ ਪਸੰਦ ਕੀਤਾ ਤੇ
हिना इरम साहिबा ਦੀਆਂ ਗੱਲਾਂ ਨੂੰ ਉਹਨਾਂ ਨੇ ਬੜਾ ਪਸੰਦ ਕੀਤਾ ਤੇ ਖਾਲਿਦ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਡੇ ਸ਼ੋਅ ਨੂੰ ਪਸੰਦ ਕੀਤਾ ਤੇ ਕੁਝ ਬੱਚੇ ਵੀ ਸਾਨੂੰ ਸੁਣ ਰਹੇ ਨੇ ਨੰਨੇ ਮੁੰਨੇ ਫੂਲ ਅੱਜ ਉਹਨਾਂ ਦਾ ਪੇਪਰ ਵੀ ਹੈ ਮੁਹੰਮਦ ਸ਼ਾਹਾਨ ਰਾਹੀਲ ਤੇ ਮੁਹੰਮਦ ਵਰਦਾਨ ਰਾਹੀਲ ਤੇ ਅੱਲਾ ਮੀਆਂ ਨੂੰ ਸਲਾਮਤ ਰੱਖੇ ਔਰ ਇਹਨਾਂ ਦੇ ਇਲਮ 'ਚ ਇਜ਼ਾਫਾ ਕਰੇ ਤੇ ਜਿਹੜਾ ਨਾ ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ ਸਾਨੂੰ ਮੈਸੇਜ ਕਰੋ 0519291 521 ਤੇ ਸਾਨੂੰ ਕਾਲ ਕਰੋ 0519291 ਤੇ ਹਿਨਾ ਸਾਹਿਬਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਜਿਹੜੀ ਤੁਹਾਡੀ ਸਾਈਕੋਲੋਜੀ ਦੀ ਫੀਲਡ ਹੈ ਇਹ ਮਰਦਾਂ ਤੇ ਔਰਤਾਂ ਲਈ ਯਕਸਾਂ ਇੱਕੋ ਜਿਹੇ ਮੌਕੇ ਰੱਖਦੀ ਹੈ ਜਾਂ ਇਹਦੇ 'ਚ ਕੋਈ ਤੁਸੀਂ ਕੀ ਸਮਝਦੇ ਹੋ ਕੋਈ ਤਜ਼ਾਦ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਜਵਾਬ ਦਿਓਗੇ ਜੀ ਬੜਾ ਇੰਟਰਸਟਿੰਗ ਸਵਾਲ ਹੈ ਉਹ ਇਸ ਤਰ੍ਹਾਂ ਕਿ ਜਿਹੜੇ ਮੌਕੇ ਦੀ ਗੱਲ ਹੈ ਜਾਂ ਓਪਰਚੁਨਿਟੀਜ਼ ਦੀ ਗੱਲ ਹੈ ਉਹ ਤੇ ਬਰਾਬਰ ਹੈ ਦੋਨਾਂ ਲਈ ਜੀ ਲੇਕਿਨ ਮਸਲਾ ਇਹ ਵੇ ਕਿ ਸਾਡੇ ਜਿਹੜੀ ਫੀਮੇਲ ਸਟੂਡੈਂਟਸ ਨੇ ਉਹਨਾਂ ਦਾ ਜ਼ਿਆਦਾ ਰੁਝਾਨ ਹੈ ਸਾਈਕੋਲੋਜੀ ਦੀ ਤਰਫ ਜੀ ਤੇ ਜਦੋਂ ਰੇਸ਼ੋ ਦੇਖੀ ਜਾਏ ਤੇ 80 to 20 ਦੀ ਰੇਸ਼ੋ ਅਪਰੋਕਸੀਮੇਟਲੀ ਸਾਨੂੰ ਨਜ਼ਰ ਆਉਂਦੀ ਹੈ ਜੀ ਮੇਲਸ ਟੂ ਫੀਮੇਲ ਸਟੂਡੈਂਟਸ ਅੱਛਾ ਤੇ ਉਹਦੇ ਵਿੱਚ ਡਿਫਰੈਂਟ ਤੁਸੀਂ ਕਹਿ ਲਓ ਕਿ ਜਿਹੜੇ ਜਿਹੜੇ ਕਨਸੈਪਸ਼ਨਸ ਨੇ ਉਹ ਬਣੀਆਂ ਹੋਈਆਂ ਨੇ ਕਿ ਜੀ ਸ਼ਾਇਦ ਸਾਈਕੋਲੋਜੀ ਦਾ ਸਕੋਪ ਨਹੀਂ ਹੈ ਤੇ ਜ਼ਾਹਿਰ ਹੈ ਸਾਡੀ ਸੋਸਾਇਟੀ ਦਾ ਇੱਕ ਪ੍ਰੈਸ਼ਰ ਵੀ ਹੁੰਦਾ ਨਾ ਮੇਲ ਸਟੂਡੈਂਟਸ ਦੇ ਉੱਤੇ ਤੇ ਤੁਸੀਂ ਸਾਈਕੋਲੋਜੀ ਪੜ੍ਹੋਗੇ ਤੇ ਕੀ ਕਰੋਗੇ ਯਾਨੀ ਉਹਨਾਂ ਨੂੰ ਇਹ ਤੇ ਨਜ਼ਰ ਆਉਂਦਾ ਹੈ ਕਿ ਜੀ ਕੈਮਿਸਟਰੀ ਪੜ੍ਹ ਲਈ ਤੇ ਕੈਮਿਸਟ ਬਣ ਗਏ ਜਾਂ ਫਿਜ਼ਿਕਸ ਪੜ੍ਹ ਲਈ ਤੇ ਇੰਜੀਨੀਅਰ ਬਣ ਗਏ ਜਾਂ ਡਾਕਟਰ ਬਣ ਗਏ ਇਹ ਸਾਰੀ ਫੀਲਡ ਇਹਨਾਂ ਨੂੰ ਸਾਰਿਆਂ ਨੂੰ ਫੀਲਡ ਦੇ ਤੌਰ ਤੇ ਲੈਂਦੇ ਨੇ ਲੇਕਿਨ ਸਾਈਕੋਲੋਜੀ ਪੜ੍ਹ ਕੇ ਤੁਸੀਂ ਕੀ ਕਰੋਗੇ ਉਹ ਸਮਝਦੇ ਉਹਨਾਂ ਦਾ ਖਿਆਲ ਹੈ ਕਿ ਸ਼ਾਇਦ ਜੀ ਇਹਦੇ ਵਿੱਚ ਇੰਨਾ ਸਕੋਪ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਸਵਾਲ ਮੇਰੇ ਕੋਲ ਪੁੱਛਿਆ ਤੇ ਮੌਕੇ ਤੇ ਬਰਾਬਰ ਨੇ ਦੋਨਾਂ ਲਈ ਫੀਮੇਲ ਸਟੂਡੈਂਟਸ ਲਈ ਵੀ ਤੇ ਮੇਲ ਸਟੂਡੈਂਟਸ ਲਈ ਵੀ ਲੇਕਿਨ ਕੁਝ ਐਸੇ ਤੁਸੀਂ ਕਹਿ ਲਓ ਕਿ ਬੜੀਆਂ ਹੋਈਆਂ ਨੇ ਚੀਜ਼ਾਂ ਜਿਨ੍ਹਾਂ ਗੱਲਾਂ ਇੰਜਦੀਆਂ ਜਿਹਦੀ ਵਜ੍ਹਾ ਤੋਂ ਮੇਲ ਸਟੂਡੈਂਟ ਜਿਹੜੇ ਅਵੋਇਡ ਕਰਦੇ ਨੇ ਸਾਈਕੋਲੋਜੀ ਨੂੰ ਐਜ਼ ਅ ਸਬਜੈਕਟ ਲੈਣ ਤੋਂ ਲੇਕਿਨ ਓਪਰਚੁਨਿਟੀਜ਼ ਇਕੁਅਲ ਨੇ ਦੋਨਾਂ ਲਈ ਬਰਾਬਰ ਮੌਕੇ ਨੇ ਤੇ ਦੋਨਾਂ ਨੂੰ ਚਾਹੀਦਾ ਹੈ ਕਿ ਸਾਈਕੋਲੋਜੀ ਜਿਹੜਾ ਹੈ ਜ਼ਰੂਰ ਇਸ ਸਬਜੈਕਟ ਨੂੰ ਆਪਟ ਕਰਨ ਤੇ ਪੜਨ ਬੜਾ ਅੱਛਾ ਸਬਜੈਕਟ ਹੈ ਤੇ ਹਿਨਾ ਇਰਮ ਸਾਹਿਬਾ ਤੁਸੀਂ ਖੁਦ ਚੂੰਕਿ ਇੱਕ ਮਾਹਿਰ ਨਫਸੀਆਤ ਵੀ ਹੋ ਤੇ ਨਫਸੀਆਤਦਾਨ ਦੀ ਜਿਹੜੀ ਆਪਣੀ ਹਯਾਤੀ ਹੈ ਉਹਦੇ ਵਿੱਚ ਜਿਹੜੀਆਂ ਔਕੜਾਂ ਵੀ ਆਉਂਦੀਆਂ ਨੇ ਤੇ ਤੁਸੀਂ ਬਤੌਰ ਨਫਸੀਆਤਦਾਨ ਜਿਹੜਾ ਹੈ ਇਹਨਾਂ ਔਕੜਾਂ ਤੇ ਇਹਨਾਂ ਗੁੰਝਲਾਂ ਨੂੰ ਕਿਸ ਤਰ੍ਹਾਂ ਸੁਲਝਾਉਂਦੇ ਹੋ ਕੁਝ ਚੀਜ਼ਾਂ ਹੁੰਦੀਆਂ ਨੇ ਜ਼ਾਹਿਰ ਹੈ ਪਰੇਸ਼ਾਨੀ ਔਰ ਥੋੜੀ ਊਂਚ ਨੀਚ ਤੇ ਲੱਗੀ ਰਹਿੰਦੀ ਹੈ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਤੇ ਉਹਦੇ ਵਿੱਚ ਹਮੇਸ਼ਾ ਮੈਂ ਇਸੇ ਚੀਜ਼ ਦਾ ਖਿਆਲ ਰੱਖਿਆ ਹਮੇਸ਼ਾ ਕਿ ਜ਼ਾਹਿਰ ਹੈ ਤੁਸੀਂ ਇੱਕਦਮ ਚੀਜ਼ਾਂ ਬਦਲ ਨਹੀਂ ਸਕਦੇ ਹੋ ਹਰ ਚੀਜ਼ ਨੂੰ ਸੈਟਲ ਹੁੰਦਿਆਂ ਬਦਲਦਿਆਂ ਵਕਤ ਲੱਗਦਾ ਹੈ ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਇਹ ਵੇ ਕਿ ਤੁਸੀਂ ਚੀਜ਼ਾਂ ਨੂੰ ਐਕਸੈਪਟ ਕਰੋ ਜਦੋਂ ਤੱਕ ਤੁਸੀਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰੋਗੇ ਕਿ ਤੁਸੀਂ ਐਗਜ਼ਿਸਟ ਕਰਦੇ ਹੋ ਤੇ ਤੁਹਾਡੇ ਨਾਲ ਖੁਸ਼ੀਆਂ ਵੀ ਨੇ ਪਰੇਸ਼ਾਨੀਆਂ ਵੀ ਨੇ ਇਹ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੈ ਤੇ ਤੁਸੀਂ ਉਹਨਾਂ ਨੂੰ ਜ਼ਾਹਿਰ ਹੈ ਤੁਹਾਨੂੰ ਉਹਨਾਂ ਨੂੰ ਐਕਸੈਪਟ ਕਰਨਾ ਆਉਣਾ ਚਾਹੀਦਾ ਹੈ ਬਜਾਏ ਇਸ ਦੇ ਤੁਸੀਂ ਇਨਕਾਰ ਕਰੋ ਕਿ ਨਹੀਂ ਜੀ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਸਾਰਾ ਕੁਝ ਹੁੰਦਾ ਹੈ ਜ਼ਿੰਦਗੀ ਦੇ ਨਾਲ ਨਾਲ ਹੈ ਸਾਰਾ ਕੁਝ ਤੇ ਨਾਲ ਤੁਸੀਂ ਚੀਜ਼ਾਂ ਨੂੰ ਫਿਰ ਬਦਲਣ ਦੀ ਕਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰਨੀ ਹੈ ਬਿਕੋਜ਼ ਤੁਸੀਂ ਜਿਹੜਾ ਚੇਂਜ ਲੈ ਕੇ ਆ ਸਕਦੇ ਹੋ ਉਹ ਆਪਣੇ ਅੰਦਰ ਲੈ ਕੇ ਆ ਸਕਦੇ ਹੋ ਤੁਸੀਂ ਆਪਣੇ ਨਾਲ ਪੂਰਾ ਮੁਆਸ਼ਰਾ ਨਹੀਂ ਬਦਲ ਸਕਦੇ ਹੋ ਠੀਕ ਤੇ ਅਗਰ ਕੋਈ ਐਸੀ ਪ੍ਰੋਬਲਮ ਆਂਦੀ ਹੈ ਤੇ ਮੈਂ ਇਹੋ ਕੋਸ਼ਿਸ਼ ਕਰਦੀ ਹਾਂ ਕਿ ਮੈਂ ਦੇਖਾਂ ਕਿ ਮੈਂ ਕਿਸ ਤਰ੍ਹਾਂ ਸਿਚੁਏਸ਼ਨ ਦੇ ਨਾਲ ਉਹਨੂੰ ਹੈਂਡਲ ਕਰ ਸਕਦੀ ਹਾਂ ਕਿ ਕਿੱਥੇ ਮੈਂ ਆਪਣੀ ਫਲੈਕਸੀਬਿਲਿਟੀ ਸ਼ੋ ਕਰ ਸਕਦੀ ਹਾਂ ਬਿਕੋਜ਼ ਜਦੋਂ ਤੁਸੀਂ ਰੈਜ਼ਿਸਟ ਕਰਦੇ ਹੋ ਜਾਂ ਤੁਸੀਂ ਜਦੋਂ ਚੈਲੰਜਿੰਗ ਸਿਚੁਏਸ਼ਨ ਵਿੱਚ ਆ ਜਾਂਦੇ ਹੋ ਕਿ ਨਹੀਂ ਜੀ ਅਸੀਂ ਸਹੀ ਹਾਂ ਤੇ ਮੈਂ ਸਹੀ ਹਾਂ ਤੇ ਮੈਂ ਕਦੀ ਗਲਤ ਨਹੀਂ ਹੋ ਸਕਦੀ ਹੈ ਇਸ ਤਰ੍ਹਾਂ ਦੀ ਜੋ ਵੀ ਚੀਜ਼ ਹੈ ਤੇ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਠੀਕ ਤੁਸੀਂ ਚੀਜ਼ਾਂ ਨੂੰ ਐਕਸੈਪਟ ਕਰਨਾ ਸਿੱਖੋ ਆਪਣੀ ਲਾਈਫ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਤੁਸੀਂ ਉਹਨਾਂ ਦੇ ਆਪਣੀ ਸਿਚੁਏਸ਼ਨ ਦੇ ਨਾਲ ਕਿਸ ਤਰ੍ਹਾਂ ਐਡਜਸਟ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਹੋ ਤੁਸੀਂ ਬੜਾ ਅੱਛਾ ਬਿਆਨ ਕੀਤਾ ਹੈ ਕਿ ਤੁਸੀਂ ਸਾਰੇ ਮਾਸ਼ਰੇ ਨੂੰ ਤੇ ਨਹੀਂ ਬਦਲ ਸਕਦੇ ਲੇਕਿਨ ਤਬਦੀਲੀ ਤੁਸੀਂ ਆਪਣੇ ਅੰਦਰ ਲੈ ਕੇ ਆਣੀ ਹੈ ਨਾ ਤੇ ਹਿਨਾ ਇਰਮ ਸਾਹਿਬਾ ਸਾਡੇ ਸੁਣਨ ਵਾਲਿਆਂ ਨੇ ਦੱਸੋ ਕਿ ਸਾਡੇ ਮਾਸ਼ਰੇ ਵਿੱਚ ਨਫਸੀਆਤੀ ਤੇ ਜ਼ਿਹਨੀ ਸਿਹਤ ਤੇ ਇਹਦੇ ਨਾਲ ਜੁੜੀਆਂ ਬਿਮਾਰੀਆਂ ਨੂੰ ਬਿਲਕੁਲ ਵੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸਗੋਂ ਅਜਿਹੇ ਮਸਾਇਲ ਰੱਖਣ ਵਾਲੇ ਕਿਸੇ ਬੰਦੇ ਨੂੰ ਨਾ ਸਿਰਫ ਤਨਜ਼ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਬਲਕਿ ਉਹਨੂੰ ਕੁਝ ਲੋਕੀ ਪਾਗਲ ਵੀ ਕਹਿੰਦੇ ਨੇ ਤੇ ਮਜ਼ਾਕ ਵੀ ਉਡਾਉਂਦੇ ਨੇ ਤੁਹਾਡਾ ਕੀ ਖਿਆਲ ਹੈ ਕਿ ਅਸੀਂ ਇਸ ਤਰ੍ਹਾਂ ਆਪਣੇ ਮਾਸ਼ਰੇ ਦੀ ਜਿਹੜੀ ਇਸ ਬਾਰੇ ਆਗਾਹੀ ਕਿਸ ਤਰ੍ਹਾਂ ਕੰਮ ਕਰ ਸਕਨੇ ਆਗਾਹੀ ਲਈ ਬਿਲਕੁਲ ਬੜਾ ਤੁਸੀਂ ਅੱਛਾ ਸਵਾਲ ਪੁੱਛਿਆ ਹੈ ਤੇ ਇਹ ਮੇਰਾ ਖਿਆਲ ਹੈ ਸਾਡੇ ਮਾਸ਼ਰੇ ਦਾ ਇੱਕ ਅਲਮੀਆ ਹੈ ਕਿ
ਅਵੇਅਰਨੈਸ ਨਹੀਂ ਹੈ ਸਾਡੇ ਲੋਕਾਂ ਨੂੰ ਕਿ ਮੈਂਟਲ ਇਲਨੈਸ ਜਾਂ ਜ਼ਹਿਨੀ ਬਿਮਾਰੀ ਜਾਂ ਨਫਸਿਆਤੀ ਬਿਮਾਰੀ ਵੀ ਕੋਈ ਚੀਜ਼ ਹੁੰਦੀ ਹੈ। ਮਿਸਾਲ ਦੇ ਤੌਰ ਤੇ ਕੋਈ ਬਿਮਾਰ ਹੈ, ਕੋਈ ਨਜ਼ਲਾ ਜ਼ੁਕਾਮ ਖਾਂਸੀ ਬੁਖਾਰ ਹੈ ਤੇ ਫੌਰਨ ਜਿਹੜਾ ਹੈ ਲੋਕੀ ਕਹਿਣਗੇ ਜੀ ਡਾਕਟਰ ਦੇ ਕੋਲ ਜਾਣਾ ਹੈ ਕਿ ਜੀ ਬਿਮਾਰੀ ਦਾ ਇਲਾਜ ਕਰਨਾ ਹੈ। ਲੇਕਿਨ ਅਗਰ ਕੋਈ ਕਿਸੇ ਜ਼ਹਿਨੀ ਉਲਝਣ ਦਾ ਸ਼ਿਕਾਰ ਹੈ, ਕਿਸੇ ਪਰੇਸ਼ਾਨੀ ਦਾ, ਕਿਸੇ ਕਸ਼ਮਕਸ਼ ਦਾ ਸ਼ਿਕਾਰ ਹੈ, ਉਹਨੂੰ ਲਾਈਫ 'ਚ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਦੀ ਉਹਨੂੰ ਖਿਆਲ ਨਹੀਂ ਆਉਂਦਾ ਕਿ ਸ਼ਾਇਦ ਮੈਨੂੰ ਕਿਸੇ ਸਾਈਕੋਲੋਜੀਕਲ ਹੈਲਪ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਬਿਮਾਰ ਨੂੰ ਦਵਾਈ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਜ਼ਹਿਨੀ ਸਿਹਤ ਲਈ ਵੀ ਸਾਈਕੋਲੋਜਿਸਟ ਦੇ ਕੋਲ ਜਾਣੇ 'ਚ ਕੋਈ ਬੁਰਾਈ ਨਹੀਂ ਹੈ। ਸਾਡੇ ਇੱਕ ਸਟਿਗਮਾ ਬਣਿਆ ਹੋਇਆ ਹੈ ਕਿ ਜੀ ਸਭ ਤੋਂ ਪਹਿਲੀ ਚੀਜ਼ ਇਹ ਜਿਹੜੀ ਇੰਪੋਰਟੈਂਟ ਹੈ ਉਹ ਇਹ ਹੈਗੀ ਕਿ ਲੋਕ ਖੁਦ ਹੀ ਇਸ ਚੀਜ਼ ਨੂੰ ਰਿਅਲਾਈਜ਼ ਨਹੀਂ ਕਰਦੇ। ਉਹਨਾਂ ਨੂੰ ਖੁਦ ਹੀ ਇਸ ਚੀਜ਼ ਦਾ ਸਮਝ ਲਓ ਫਹਿਮ ਨਹੀਂ ਹੈਗਾ ਕਿ ਕੋਈ ਜ਼ਹਿਨੀ ਜਾਂ ਨਫਸਿਆਤੀ ਪ੍ਰੋਬਲਮ ਉਹਨਾਂ ਨੂੰ ਹੋ ਸਕਦੀ ਹੈ। ਜਦੋਂ ਤੱਕ ਉਹ ਖੁਦ ਐਕਸੈਪਟ ਨਹੀਂ ਕਰਨਗੇ ਕਿ ਸਾਨੂੰ ਕਿਸੇ ਪ੍ਰੋਬਲਮ ਜੋ ਹੈ ਸਾਡੇ ਲਈ ਵੱਧਦੀ ਜਾ ਰਹੀ ਹੈ ਜਾਂ ਉਹ ਡਿਪਰੈਸ਼ਨ ਦੀ ਤਰਫ ਜਾ ਰਹੇ ਨੇ ਜਾਂ ਐਂਜ਼ਾਈਟੀ ਦੀ ਤਰਫ ਜਾ ਰਹੇ ਨੇ, ਕਹਿੰਗੇ ਜੀ ਅਸੀਂ ਅਗਰ ਅੱਛਾ ਮੈਨੂੰ ਡਿਪਰੈਸ਼ਨ ਹੋ ਰਿਹਾ, ਲੋਕੀ ਕੀ ਕਹਿਣਗੇ, ਲੋਕੀ ਕੀ ਕਹਿਣਗੇ, ਨਹੀਂ 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 ਇਹ ਨਹੀਂ ਹੋ ਸਕਦਾ। ਆਪਣੇ ਮੁਸਲਸਲ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਜੀ, ਠੀਕ ਹੈ, ਡਿਨਾਈਲ 'ਚ ਰਹਿਣਾ ਕਿ ਨਹੀਂ ਜੀ ਐਸਾ ਨਹੀਂ ਹੋ ਸਕਦਾ। ਇਹਦੇ ਦੌਰਾਨ ਬਿਮਾਰੀ ਜਿਹੜੀ ਉਹ ਵੱਧਦੀ ਰਹਿੰਦੀ ਹੈ ਬਿਲਕੁਲ। ਔਰ ਅੰਦਰ ਹੀ ਅੰਦਰ ਜਿਹਨੂੰ ਕਹਿੰਦੇ ਨੇ ਇੱਕ ਲਾਵਾ ਜਿਹੜਾ ਹੈ ਉਹ ਪੱਕਦਾ ਰਹਿੰਦਾ ਹੈ ਤੇ ਜਦੋਂ ਇੱਕ ਟਾਈਮ ਆਉਂਦਾ ਜਦੋਂ ਉਹਨਾਂ ਦੇ ਉਹ ਬੈਰੀਅਰਸ ਨੇ ਜਿਹੜਾ ਜ਼ਬਤ ਹੈ ਉਹ ਟੁੱਟਦਾ ਹੈ ਤੇ ਫਿਰ ਉਹ ਨਫਸਿਆਤੀ ਬਿਮਾਰੀ ਦੀ ਬੜੀ ਕਿਸੇ ਵੱਡੀ ਬਿਮਾਰੀ ਦੀ ਸ਼ਕਲ ਵਿੱਚ ਸਾਹਮਣੇ ਆਉਂਦਾ। ਠੀਕ, ਸਾਡੇ ਨਾਲ ਮੌਜੂਦ ਨੇ ਮਾਹਿਰ ਨਫਸੀਆਤ ਹਿਨਾ ਇਰਮ ਸਾਹਿਬਾ। ਤੁਸੀਂ ਵੀ ਆਪਣਾ ਸਵਾਲ ਪੁੱਛੋ, ਸਾਨੂੰ WhatsApp ਤੇ ਮੈਸੇਜ ਕਰ ਲਓ 051929521 ਤੇ। ਸੁਣਦੇ ਹਾਂ ਇੱਕ ਹੋਰ ਗੀਤ, ਫਿਰ ਪਰਤ ਕੇ ਆਨੇ ਵਾਪਸ ਸੁਣਦੇ ਰਹਿਣਾ FM ਪੰਜਾਬ ਰੰਗ 99.4। ਪਰਤ ਕੇ ਆ ਗਿਆ ਇੱਕ ਵਾਰੀ ਫੇਰ ਮੈਂ ਨਾਸਿਰ ਅਹਿਮਦ ਤੇ ਸਾਡੀ ਅੱਜ ਦੀ ਪ੍ਰਾਹੁਣੀ ਹਿਨਾ ਇਰਮ ਸਾਹਿਬਾ ਇਹ ਸਾਈਕੋਲੋਜਿਸਟ ਨੇ ਤੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਹਿਨਾ ਸਾਹਿਬਾ ਅਸੀਂ ਗੱਲ ਕਰ ਰਹੇ ਸਾਂ ਕਿ ਕੁਝ ਲੋਕ ਐਸੇ ਨੇ ਜਿਹੜੇ ਜ਼ਹਿਨੀ ਹਵਾਲੇ ਨਾਲ ਆਮ ਲੋਕਾਂ ਨਾਲ ਥੋੜੇ ਜਿਹੇ ਕਹਿ ਸਕਦੇ ਆ ਕਿ ਉਹ ਪਿੱਛੇ ਨੇ ਸ਼ਾਇਦ, ਤੇ ਫਿਰ ਉਹਨਾਂ ਨੂੰ ਤੇ ਜ਼ਿਆਦਾ ਜਿਹੜਾ ਨਾ ਸਾਨੂੰ ਚਾਹੀਦਾ ਕਿ ਅਸੀਂ ਜ਼ਿਆਦਾ ਉਹਨਾਂ ਨੂੰ ਵੈਲਿਊ ਦਈਏ, ਉਹਨਾਂ ਨੂੰ ਜ਼ਿਆਦਾ ਉਹਨਾਂ ਦੀ ਰਿਸਪੈਕਟ ਇੱਜ਼ਤ ਕਰੀਏ ਤੇ ਲੇਕਿਨ ਹੁੰਦਾ ਇਹਦੇ ਵਾਇਸ ਵਰਸਾ ਉਲਟ ਹੁੰਦਾ ਹੈ ਕਿ ਲੋਕੀ ਜਿਹੜਾ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਨੇ। ਤੇ ਅਸੀਂ ਮਾਸ਼ਰੇ ਵਿੱਚ ਇਸ ਹਵਾਲੇ ਨਾਲ ਕਿਸ ਤਰ੍ਹਾਂ ਇਸਲਾਹ ਕਰ ਸਕਦੇ ਹਾਂ? ਬਿਲਕੁਲ, ਇਸੇ ਸਵਾਲ ਦਾ ਜਵਾਬ ਵੀ ਮੈਂ ਦੇ ਰਹੀ ਸੀ ਜਿਹੜੀ ਮੈਂ ਸੈਲਫ ਸਟਿਗਮਾ ਦੀ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਤੇ ਸਾਨੂੰ ਖੁਦ ਇਸ ਚੀਜ਼ ਦੀ ਰਿਅਲਾਈਜੇਸ਼ਨ ਆਣੀ ਚਾਹੀਦੀ ਹੈ ਕਿ ਅਸੀਂ ਐਕਸੈਪਟ ਕਰੀਏ ਕਿ ਕੀ ਪ੍ਰੋਬਲਮ ਕੀ ਚੱਲ ਰਿਹਾ ਹੈ। ਕੋਈ ਸਾਈਕੋਲੋਜੀਕਲ ਪ੍ਰੋਬਲਮ ਹੈ, ਕੋਈ ਘਰੇਲੂ ਪ੍ਰੋਬਲਮ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਦਾ ਕੋਈ ਮਸਲਾ ਹੈ, ਕੋਈ ਕਾਰੋਬਾਰ ਦੀ ਵਜ੍ਹਾ ਤੋਂ ਕੋਈ ਪਰੇਸ਼ਾਨੀ ਆ ਰਹੀ ਹੈ, ਕੋਈ ਵੀ ਮਸਲਾ ਹੈ ਤੇ ਉਹਨੂੰ ਸਾਨੂੰ ਖੁਦ ਇਸ ਚੀਜ਼ ਦਾ ਫਹਿਮ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਚੀਜ਼ ਨੂੰ ਐਕਸੈਪਟ ਕਰੀਏ। ਉਸ ਤੋਂ ਬਾਅਦ ਜਦੋਂ ਅਸੀਂ ਖੁਦ ਸਟਰੋਂਗ ਹੋਵਾਂਗੇ ਨਾ ਤੇ ਕਦੀ ਵੀ ਲੋਕੀ ਉਹਦੇ ਬਾਰੇ 'ਚ ਕੋਈ ਗੱਲ ਨਹੀਂ ਕਰ ਸਕਦੇ। ਲੇਕਿਨ ਫਿਰ ਵੀ ਸਾਡਾ ਮੁਆਸ਼ਰਾ ਐਸਾ ਹੈ, ਸਾਡੀ ਜਿਹੜੀ ਤੁਸੀਂ ਕਹਿ ਲਓ ਕਿ ਸੋਸਾਇਟੀ ਜਿਹੜੀ ਬਣੀ ਹੋਈ ਹੈ, ਅਸੀਂ ਵਾਕਈ ਇਸ ਚੀਜ਼ ਵਿੱਚ ਅਸੀਂ ਹਜੇ ਪਿੱਛੇ ਹਾਂ ਕਿ ਜਿਹੜਾ ਅਸੀਂ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਟੈਬੂ ਬਣਿਆ ਹੋਇਆ ਅਸੀਂ ਉਹਨੂੰ ਤੋੜ ਨਹੀਂ ਸਕੇ ਹਾਂ ਕਿ ਜ਼ਹਿਨੀ ਬਿਮਾਰੀ ਵੀ ਕੋਈ ਬਿਮਾਰੀ ਹੈ। ਸਾਡੇ ਲਈ ਜਿਸਮਾਨੀ ਬਿਮਾਰੀ ਹੀ ਬਿਮਾਰੀ ਹੈ, ਅਸੀਂ ਜ਼ਹਿਨੀ ਬਿਮਾਰੀ ਨੂੰ ਬਿਮਾਰੀ ਨਹੀਂ ਸਮਝਦੇ। ਅਸੀਂ ਕਹਿੰਦੇ ਆ ਐਵੇਂ ਝੱਲਾ ਬਣਿਆ ਹੈ ਜਾਂ ਪਾਗਲ ਹੈ ਜਾਂ ਕਿੰਜ ਦੀਆਂ ਗੱਲਾਂ ਕਰਦਾ ਹੈ, ਇਹਨੂੰ ਸਮਝ ਨਹੀਂ ਹੈ। ਇਹ ਨਹੀਂ, ਕਿਉਂ ਸਮਝ ਨਹੀਂ ਹੈ? ਉਹਦੀ ਸਮਝ ਵਿੱਚ ਪ੍ਰੋਬਲਮ ਜਦੋਂ ਆ ਰਹੀ ਹੈ ਕਿਸ ਵਜ੍ਹਾ ਤੋਂ ਆ ਰਹੀ ਹੈ, ਉਨ ਵਜੂਹਾਤ ਦਾ ਜਾਣਨਾ ਜ਼ਰੂਰੀ ਹੈ ਤੇ ਉਹਨਾਂ ਨੂੰ ਖਤਮ ਕਰਨਾ ਜ਼ਰੂਰੀ ਹੈ, ਨਾ ਕਿ ਅਸੀਂ ਉਹਨਾਂ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣੀਏ, ਉਹਨਾਂ ਨੂੰ ਤੰਜ਼ ਦਾ ਸ਼ਿਕਾਰ ਕਰੀਏ। ਅਸੀਂ ਕਹਿੰਦੇ ਜੀ ਇੱਕ ਆਮ ਸਾਡੀ ਸੁਸਾਇਟੀ ਦੇ ਵਿੱਚ ਬਣਾ ਹੈ, ਜਾਂ ਤੇ ਅਸੀਂ ਕਹਿੰਦੇ ਹਾਂ ਕਿ ਜਾਂ ਤੇ ਇਹਦੇ ਉੱਤੇ ਕੋਈ ਅਸੇਬ ਦਾ ਜਾਂ ਕੋਈ ਓਪਰੀ ਚੀਜ਼ ਦਾ ਸਾਇਆ ਹੈ, ਜਾਂ ਫਿਰ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ ਇਹ ਡਰਾਮਾ ਕਰ ਰਿਹਾ ਪਰੇਸ਼ਾਨੀਆਂ ਤੋਂ ਬਚਣ ਲਈ, ਜਾਂ ਜੋ ਵੀ ਤੁਸੀਂ ਕਹਿ ਲਓ। ਤੇ ਮੇਰਾ ਖਿਆਲ ਹੈ ਕਿ ਇਸ ਬਾਰੇ 'ਚ ਜ਼ਰੂਰ ਗੱਲਬਾਤ ਹੋਣੀ ਚਾਹੀਦੀ ਹੈ, ਹਰ ਫੋਰਮ ਤੇ ਹੋਣੀ ਚਾਹੀਦੀ ਹੈ। ਸੋਸ਼ਲ ਮੀਡੀਆ ਜਿਹੜਾ ਹੈ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈ ਇਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿ ਜਿਸ ਤਰ੍ਹਾਂ ਤੁਸੀਂ ਹਰ ਬਿਮਾਰੀ ਦੇ ਇਲਾਜ ਲਈ ਜਾਂਦੇ ਹੋ ਡਾਕਟਰ ਦੇ ਕੋਲ, ਉਸ ਤਰ੍ਹਾਂ ਹੀ ਤੁਹਾਨੂੰ ਆਪਣੀ ਪਰੇਸ਼ਾਨੀਆਂ ਲਈ, ਆਪਣੀ ਪ੍ਰੋਬਲਮਸ ਲਈ ਇੱਕ ਸਾਈਕੋਲੋਜਿਸਟ, ਇੱਕ ਕਾਉਂਸਲਰ ਕੋਲ ਜਾਣ ਲਈ ਕੋਈ ਹਰਜ ਨਹੀਂ ਹੈ ਇਹਦੇ ਵਿੱਚ ਅਗਰ ਤੁਸੀਂ ਉਹਨਾਂ ਕੋਲ ਜਾਓ। ਬਿਲਕੁਲ। ਔਰ ਅਸੀਂ ਜਿਹੜੇ ਤਰੱਕੀ ਯਾਫਤਾ ਮਮਾਲਕ ਦੀ ਗੱਲ ਕਰਨੇ ਆ ਤੇ ਉੱਥੇ ਤੁਹਾਨੂੰ ਪਤਾ ਹੈ ਕਿ ਅਸੀਂ ਚੂੰਕਿ ਤੁਹਾਡਾ ਤੇ ਮਜ਼ਮੂਨ ਵੀ ਹੈ, ਜਿਹੜੇ ਜ਼ਹਿਨੀ ਤੌਰ ਤੇ ਜਿਹੜੇ ਲੋਕ ਮਸਾਇਲ ਦਾ ਸ਼ਿਕਾਰ ਨੇ ਉਹਨਾਂ ਨੂੰ ਸਪੈਸ਼ਲ ਪਰਸਨ ਕਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਨਾ ਹਰ ਜਗ੍ਹਾ ਤੇ ਅਲੱਗਾ ਟਿਕਟ ਵੀ, ਬਲਕਿ ਕੋਈ ਟਿਕਟ ਨਹੀਂ, ਉਹਨਾਂ ਲਈ ਟਿਕਟ ਫ੍ਰੀ ਹੈ ਤੇ ਸਹੂਲਤਾਂ ਵੀ ਨੇ। ਤੇ ਫਿਰ ਉੱਥੇ ਨੇ ਉਹਨਾਂ ਨੂੰ ਕੋਈ ਪਾਗਲ ਕਹਿ ਕੇ ਨਹੀਂ ਪੁਕਾਰਦਾ, ਬਲਕਿ ਇੱਜ਼ਤ ਦੀ ਔਰ ਇਤਰਾਮ ਦਿੱਤਾ ਜਾਂਦਾ ਹੈ। ਤੇ ਹਿਨਾ ਸਾਹਿਬਾ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਇਹ ਵੀ ਦੱਸੋ ਕਿ ਕੁਝ ਮਸਾਇਲ ਜਿਹੜੇ ਨੇ ਉਹ ਤੇ ਜ਼ਹਿਨੀ ਮਸਾਇਲ ਉਹ ਜਿਹੜੇ ਨੇ ਉਹ ਤੇ ਵਕਤ ਦੇ ਨਾਲ ਠੀਕ ਹੋ ਜਾਂਦੇ ਨੇ
ਤੇ ਉਹਨਾਂ ਬਾਰੇ ਵੀ ਅਗਾਹ ਕਰੋ ਤੇ ਕੁਝ ਐਸੇ ਜ਼ਹਿਨੀ ਮਸਾਇਲ ਵੀ ਹੁੰਦੇ ਨੇ ਜਿਹੜੇ ਖਤਰਨਾਕ ਹੋ ਜਾਂਦੇ ਨੇ ਜੀ ਤੇ ਇਹ ਵੀ ਦੱਸੋ ਕਿ ਇਹਨਾਂ ਮਸਲਿਆਂ ਦੇ ਹੱਲ ਲਈ ਕੀ ਇਕਦਾਮਾਤ ਚੁੱਕਣੇ ਚਾਹੀਦੇ ਨੇ। ਅੱਛਾ, ਇਹ ਜਿਹੜਾ ਤੁਹਾਡਾ ਸਵਾਲ ਹੈ ਨਾ, ਤੇ ਇਹਨੂੰ ਮੈਂ ਦੋ ਹਿੱਸਿਆਂ 'ਚ ਅਗਰ ਮੈਂ ਡਿਵਾਈਡ ਕਰ ਲਾਂ ਕਿ ਜੀ ਜਿਹੜੇ ਤੁਸੀਂ ਕਿਹਾ ਕਿ ਜੀ ਆਪਣੇ ਆਪ ਠੀਕ ਹੋ ਜਾਂਦੇ ਨੇ, ਤੇ ਐਸਾ ਮਤਲਬ ਇੰਨੀ ਕੋਈ ਆਸਾਨ ਗੱਲ ਨਹੀਂ ਹੈ ਕਿ ਉਹ ਆਪਣੇ ਆਪ ਸੋਲਵ ਹੋ ਜਾਂਦੇ ਨੇ। ਬਾਜ਼ ਔਕਾਤ ਐਸਾ ਹੁੰਦਾ ਹੈ ਕਿ ਅਸੀਂ ਆਪਣਾ ਇੱਕ ਸੋਸ਼ਲ ਸਿਸਟਮ ਜਾਂ ਪਰਸਨਲ ਸਿਸਟਮ ਇੱਕ ਬਣਾਇਆ ਹੁੰਦਾ ਹੈ ਪ੍ਰੋਬਲਮਸ ਨੂੰ ਸੋਲਵ ਕਰਨ ਲਈ। ਜੀ ਕੁਝ ਲੋਕ ਕੋਈ ਪਰੇਸ਼ਾਨੀ ਆਈ ਹੈ, ਕਿਸੇ ਨਾਲ ਗੱਲ ਕਰ ਲਈ, ਉਹਨਾਂ ਨੇ ਆਪਣਾ ਸਪੋਰਟ ਸਿਸਟਮ ਬਣਾਇਆ ਹੁੰਦਾ ਹੈ, ਠੀਕ ਹੈ। ਅੱਛਾ, ਨਾਲ ਹੁਣ ਇਹ ਸੁਜੈਸ਼ਨਸ ਵੀ ਨੇ ਕਿ ਤੁਸੀਂ ਆਪਣਾ ਇੱਕ ਸਪੋਰਟ ਸਿਸਟਮ ਬਣਾ ਲਓ, ਕਿਸੇ ਫੈਮਿਲੀ ਮੈਂਬਰ ਨਾਲ ਗੱਲ ਕਰ ਲਈ, ਕਿਸੇ ਦੋਸਤ ਯਾਰ ਨਾਲ ਗੱਲ ਕਰ ਲਈ, ਇਹ ਮਸਲਾ ਹੈ, ਕਿਸੇ ਨਾਲ ਗੱਲ ਕਰਨ ਵਿੱਚ ਕੋਈ ਹਰਜ ਨਹੀਂ। ਟਾਕਿੰਗ ਥੈਰੇਪੀ ਤੁਹਾਡੀ ਜੀ ਬਿਲਕੁਲ, ਤੁਸੀਂ ਕਿਸੇ ਨੂੰ ਸ਼ੇਅਰ ਕਰ ਲਓ ਆਪਣੀ ਜਿਹੜੀ ਫੀਲਿੰਗਸ ਨੇ, ਜਾਂ ਫਿਰ ਤੁਸੀਂ ਉਹਨਾਂ ਨੂੰ ਜੋਟ ਡਾਊਨ ਕਰ ਲਓ, ਯਾਨੀ ਲਿਖ ਲਓ, ਕੋਈ ਜਰਨਲ ਬਣਾ ਲਓ, ਡਾਇਰੀ ਬਣਾ ਲਓ, ਉਹਦੇ 'ਚ ਲਿਖਦੇ ਜਾਓ, ਠੀਕ ਹੈ। ਉਹ ਵੀ ਤੁਹਾਡੀ ਜਿਹੜੀ ਆਪਣੀ ਇੱਕ ਅੰਦਰ ਫੀਲਿੰਗਸ ਜਿਹੜੀ ਬਣ ਰਹੀ ਹੁੰਦੀ ਹੈ ਉਹ ਵੀ ਨਿਕਲ ਕੇ ਤੁਹਾਨੂੰ ਥੋੜਾ ਰਿਲੈਕਸ ਕਰ ਦਿੰਦੀਆਂ। ਫਿਰ ਉਸ ਤੋਂ ਬਾਅਦ ਅੱਛਾ, ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਕਿ ਆਪਣੇ ਆਪ ਸੋਲਵ ਹੋ, ਸਾਡੇ ਖਵਾਤੀਨ ਦਾ ਆਮ ਤੌਰ ਤੇ ਕੀ ਹੁੰਦਾ ਹੈ ਕਿ ਜੀ ਆਮ ਤੌਰ ਤੇ ਰੋ ਕੇ ਆਪਣਾ ਕਥਾਰਸਿਸ ਕਰ ਲੈਂਦੇ ਨੇ, ਠੀਕ ਹੈ। ਰੋਣਾ ਵੀ ਜਿਹੜਾ ਹੈ ਉਹ ਸਮਝਦੇ ਨੇ ਕਿ ਜੀ ਬਸ ਰੋ ਲਏ ਤੇ ਗੱਲ ਖਤਮ ਹੋ ਗਈ, ਠੀਕ ਹੈ। ਅਸਲ ਵਿੱਚ ਉਹ ਹੋਰ ਅੰਦਰ ਉਹਨਾਂ ਦੇ ਜੋ ਹੈ ਨਾ ਪੈਂਟ ਅਪ ਹੁੰਦੀਆਂ ਜਾਂਦੀਆਂ ਨੇ ਫੀਲਿੰਗਸ। ਰੋਣੇ 'ਚ ਵੈਸੇ ਕੋਈ ਬੁਰਾਈ ਵੀ ਨਹੀਂ। ਇੱਥੇ ਮੈਨੂੰ ਗਾਲਿਬ ਦਾ ਇੱਕ ਸ਼ੇਰ ਵੀ ਯਾਦ ਆ ਰਿਹਾ ਹੈ, ਅਗਰ ਤੁਸੀਂ ਇਜਾਜ਼ਤ ਹੋਏ ਤੇ, कि दिल ही तो है न संगो खिश्त, दर्द से भर ना आए क्यों, रोएंगे हम हजार बार कोई हमें सताए क्यों। ਤੇ ਕਦੀ ਕਦੀ ਰੋ ਵੀ ਲੈਣਾ ਚਾਹੀਦਾ ਹੈ, ਦਿਲ ਹਲਕਾ ਹੋ ਜਾਂਦਾ ਹੈ, ਲੇਕਿਨ ਨਾਲ ਜ਼ਰੂਰੀ ਇਹ ਵੇ ਕਿ ਤੁਸੀਂ ਆਪਣੀ ਜਿਹੜੇ ਵੀ ਜੋ ਐਕਸਪੀਰੀਅੰਸ ਹੈ ਉਹ ਕਿਸੇ ਨਾ ਕਿਸੇ ਨਾਲ ਸ਼ੇਅਰ ਕਰ ਲਓ ਜੀ, ਉਹਦੇ ਬਾਰੇ ਜਾਣਨੇ ਦੀ ਕੋਸ਼ਿਸ਼ ਕਰੋ ਕਿ ਕੋਈ ਹੋਰ ਦੂਸਰਾ ਦੇ ਐਕਸਪੀਰੀਅੰਸਸ ਤੋਂ ਹੈਲਪ ਲੈ ਲਓ, ਤੇ ਮੇਰਾ ਖਿਆਲ ਹੈ ਕਿ ਪ੍ਰੋਬਲਮਸ ਜਿਹੜੀਆਂ ਸੋਲਵ ਹੋ ਜਾਂਦੀਆਂ ਔਰ ਮਸਲਿਆਂ ਦਾ ਜਿਹੜਾ ਮੁਸਬਤ ਹੱਲ ਕੱਢਣ ਦੇ ਨਿਕਲ ਆਉਂਦਾ। ਤੇ ਜਿਹੜੀ ਤੁਹਾਡੀ ਦੂਸਰੀ ਗੱਲ ਸੀ ਕਿ ਜੀ ਸ਼ਦੀਦ ਕਿਸ ਤਰ੍ਹਾਂ ਹੋ ਜਾਂਦੀਆਂ ਨੇ, ਉਹਦੇ ਵੀ ਪਿੱਛੇ ਫਿਰ ਵਜੂਹਾਤ ਦਾ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਐਸੀ ਵਜੂਹਾਤ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਬਿਮਾਰੀ ਜਿਹੜੀ ਹੈ ਉਹ ਇਤਨੀ ਸ਼ਿੱਦਤ ਇਖਤਿਆਰ ਕਰ ਗਈ ਹੈ। ਤੇ ਬਾਜ਼ ਔਕਾਤ ਉਹਨਾਂ ਨੂੰ ਮੈਡੀਕੇਸ਼ਨ ਦੀ ਤਰਫ ਵੀ ਜਾਣਾ ਪੈਂਦਾ ਹੈ, ਬਾਜ਼ ਔਕਾਤ ਸਿੰਪਲ ਸਾਈਕੋਥੈਰੇਪੀ ਦੇ ਥਰੂ ਜਾਂ ਕਾਉਂਸਲਿੰਗ ਦੇ ਥਰੂ ਬਿਮਾਰੀਆਂ ਜਿਹੜੀਆਂ ਨੇ ਉਹ ਪ੍ਰੋਬਲਮਸ ਜਿਹੜੇ ਨੇ ਸੋਲਵ ਹੋ ਜਾਂਦੇ ਨੇ, ਠੀਕ ਹੈ। ਤੇ ਟਾਈਮਲੀ ਅਗਰ ਅਸੀਂ ਉਹਨਾਂ ਨੂੰ ਮੈਨੇਜ ਕਰਨਾ ਸਿੱਖ ਲਈਏ ਜਾਂ ਉਸ ਤਰਫ ਚਲੇ ਜਾਈਏ ਤੇ ਮੇਰਾ ਖਿਆਲ ਹੈ ਵੱਡੀ ਬਿਮਾਰੀਆਂ ਤੋਂ ਬਚਾ ਜਾ ਸਕਦਾ। ਠੀਕ। ਤੇ ਹਿਨਾ ਇਰਮ ਸਾਹਿਬਾ, ਹਰ ਦੌਰ ਵਿੱਚ ਕੋਈ ਨਾ ਕੋਈ ਨਵੀਂ ਬਿਮਾਰੀ ਵਾਰਦ ਹੁੰਦੀ ਰਹਿੰਦੀ ਹੈ, ਜਿਵੇਂ ਕਰੋਨਾ ਆਇਆ ਤੇ ਇਸ ਦੌਰਾਨ ਕਈ ਲੋਕ ਜ਼ਿਹਨੀ ਮਸਾਇਲ ਦਾ ਸ਼ਿਕਾਰ ਹੋਏ। ਜੀ, ਤੁਸੀਂ ਬਤੌਰ ਨਫਸੀਆਤਦਾਨ ਕੀ ਮਸ਼ਵਰਾ ਦੋਗੇ ਕਿ ਇਸ ਕਿਸਮ ਦੀ ਸੂਰਤ-ਹਾਲ ਵਿੱਚ ਇਨਸਾਨ ਆਪਣੇ ਹਵਾਸ ਤੇ ਕਿਵੇਂ ਕਾਬੂ ਰੱਖੇ? ਜੀ ਜਿਹੜਾ ਤੁਸੀਂ ਇਸ ਹਵਾਲੇ 'ਚ ਕਰੋਨਾ ਦੇ ਹਵਾਲੇ ਨਾਲ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਮੈਂ ਸਮਝਦੀ ਹਾਂ ਕਿ ਉਹ ਬੜਾ ਇੱਕ ਡਿਫਿਕਲਟ ਟਾਈਮ ਸੀ ਸਾਰੀ ਦੁਨੀਆ ਦੇ ਉੱਤੇ, ਤੇ ਸਪੈਸ਼ਲੀ ਪਾਕਿਸਤਾਨ ਦੀ ਅਗਰ ਅਸੀਂ ਗੱਲ ਕਰੀਏ ਤੇ ਮੇਰਾ ਖਿਆਲ ਹੈ ਕਿ ਬੜੀ ਖੁਸ਼ ਉਸਲੂਬੀ ਨਾਲ ਅਸੀਂ ਅਲਹਮਦੁਲਿਲਾ ਉਸ ਨਾਲ ਨਿਕਲ ਤੇ ਆਏ ਹਾਂ। ਲੇਕਿਨ ਉਹ ਜਿਹੜਾ ਟਾਈਮ ਸੀ, ਇੱਕ ਤਰਫ ਤੇ ਬਿਮਾਰ ਹੋਣ ਦੀ ਜਿਹੜੀ ਪਰੇਸ਼ਾਨੀ ਸੀ ਉਹ ਲੈਦਾ ਕਿ ਜੀ ਅਸੀਂ ਖੁਦਾ ਨਾ ਖਾਸਤਾ ਕਿਸੇ ਨੂੰ ਇਹ ਬਿਮਾਰੀ ਲੱਗ ਨਾ ਜਾਏ, ਜੋ ਵੀ ਉਹਦੇ ਜੀ ਜਿਹੜੇ ਸਨ ਕਿ ਜੀ ਨਾਲ ਤੁਸੀਂ ਸੋਸ਼ਲ ਆਈਸੋਲੇਸ਼ਨ ਕਰਨੀ ਹੈ, ਸੋਸ਼ਲ ਡਿਸਟੈਂਸਿੰਗ ਕਰਨੀ ਹੈ, ਜ਼ਿਆਦਾ ਮਿਲ ਜੁਲ ਨਹੀਂ ਕਰਨਾ, ਤੇ ਆਪਣੇ ਆਪ ਨੂੰ ਆਪਣੇ ਘਰਾਂ ਤੱਕ ਲੋਕਾਂ ਨੇ ਮਹਿਦੂਦ ਕਰ ਲਿੱਤਾ ਸੀ। ਤਾਂ ਇਹ ਨਾਲ ਬੜਾ ਇੱਕ ਮੈਂਟਲ ਹੈਲਥ ਦੇ ਉੱਤੇ ਉਹਦਾ ਬੜਾ ਇਫੈਕਟ ਸੀ ਜੀ, ਕਿਉਂਕਿ ਇੱਕ ਤਰਫ ਤੇ ਇਹ ਕਿ ਬਿਮਾਰੀ ਦਾ ਆਪਣਾ ਇੱਕ ਖੌਫ ਸੀ, ਤੇ ਦੂਜੀ ਤਰਫ ਜਿਹੜਾ ਇਮੋਸ਼ਨਲ ਡਿਸਟ੍ਰੈਸ ਸੀ ਉਹ ਵੀ ਬਹੁਤ ਜ਼ਿਆਦਾ ਆਹਿਸਤਾ ਵੱਧਦਾ ਚਲਾ ਗਿਆ। ਤੇ ਨਾਲ ਜਦੋਂ ਟਾਈਮ ਜਿਸ ਤਰ੍ਹਾਂ ਜ਼ਿਆਦਾ ਹੁੰਦਾ ਗਿਆ ਤੇ ਜ਼ਾਹਿਰ ਹੈ ਲੋਕਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਆਣੇ ਸ਼ੁਰੂ ਹੋਏ, ਤੇ ਮੁxtਲਿਫ ਤਰ੍ਹਾਂ ਦੇ ਪ੍ਰੋਬਲਮਸ ਜਿਹੜੇ ਨੇ ਉਹ ਫਿਰ ਇਮਰਜ ਹੋਣਾ ਸ਼ੁਰੂ ਹੋਏ। ਡਿਫਰੈਂਟ ਰਿਸਰਚਸ ਵੀ ਇਹਦੇ ਉੱਤੇ ਹੋਈਆਂ ਨੇ ਕਿ ਕਿਸ ਤਰ੍ਹਾਂ ਦੇ ਸਾਈਕੋਲੋਜੀਕਲ ਪ੍ਰੋਬਲਮਸ ਜਿਹੜੇ ਨੇ ਉਸ ਕਰੋਨਾ ਦੇ ਆਫਟਰ ਇਫੈਕਟਸ ਦੇ ਤੌਰ ਤੇ ਸਾਹਮਣੇ ਆਏ ਨੇ, ਜਿਹਦੇ ਵਿੱਚ ਜ਼ਿਆਦਾਤਰ ਜਿਹੜੀ ਨੇ ਇਮੋਸ਼ਨਲ ਡਿਸਟਰਬੈਂਸਿਸ ਸੀ, ਜਾਂ ਜਿਹੜੇ ਐਡਜਸਟਮੈਂਟ ਦੇ ਪ੍ਰੋਬਲਮ ਨੇ, ਜਾਂ ਫਿਰ ਐਂਜ਼ਾਈਟੀ ਦੀ ਬੜੀ ਪ੍ਰੋਬਲਮ ਆਈ, ਡਿਪਰੈਸ਼ਨ, ਸਟ੍ਰੈਸ, ਇਹ ਚੀਜ਼ਾਂ ਵੱਧਦੀਆਂ ਚਲੀਆਂ ਗਈਆਂ। ਠੀਕ। ਤੇ ਮੇਰਾ ਖਿਆਲ ਹੈ ਕਿ ਸਾਡੀ ਲੋਕਾਂ ਦੀ ਇੰਨੀ ਟ੍ਰੇਨਿੰਗ ਹੋਣੀ ਚਾਹੀਦੀ ਹੈ, ਜਾਂ ਉਹਨਾਂ ਦੀ ਫਹਿਮ ਲਈ ਐਸੇ ਛੋਟੇ ਕੋਈ ਪ੍ਰੋਗਰਾਮਸ ਜਾਂ ਕੋਈ ਨੌਲੇਜ ਸ਼ੇਅਰਿੰਗ ਲਈ ਐਸੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਉਹ ਨਾਲ ਆਪਣੇ ਨਫਸਿਆਤੀ ਜਿਹੜੇ ਅਸਰਾਤ ਨੇ ਉਹਨਾਂ ਨੂੰ ਵੀ ਮੈਨੇਜ ਕਰਨਾ ਸਿੱਖ ਲੈਣ। ਜੀ। ਤੇ ਹਿਨਾ ਇਰਮ ਸਾਹਿਬਾ, ਤੁਸੀਂ ਸ਼ੋਭਾ ਸਾਈਕੋਲੋਜੀ ਨਾਲ ਤੁਹਾਡੀ ਜੁੜਤ ਹੈ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਦੇ ਵਿੱਚ, ਤੇ ਇੱਥੇ ਕਈ ਵਾਰਿਆਂ ਤੋਂ ਤੁਸੀਂ ਪੜ੍ਹਾ ਰਹੇ ਹੋ, ਤੇ ਤੁਹਾਡਾ ਇੱਥੇ ਐਕਸਪੀਰੀਅੰਸ ਜਿਹੜਾ ਹੈ ਇਹ ਅਗਰ ਤੁਸੀਂ ਸਾਡੇ ਨਾਲ ਸਾਂਝਾ ਕਰੋ ਕਿ ਕਿਹਦਾ ਐਕਸਪੀਰੀਅੰਸ ਰਿਹਾ? ਬਿਲਕੁਲ ਜੀ, ਐਕਸਪੀਰੀਅੰਸ ਤੇ ਜਿਹਨੂੰ ਕਹਿਣਾ ਚਾਹੀਦਾ ਹੈ ਕਿ ਇਹ ਜਿਹੜੀ ਇਦਾਰਾ ਹੈ ਦਰਸਗਾਹ ਵੀ ਹੈ, ਤਾਂ ਇੱਥੋਂ ਸਿੱਖਿਆ ਵੀ ਇੱਥੋਂ ਹੀ ਹੈ ਜੀ,
ਤੇ ਅੱਗੇ ਨਾਲੇ ਹੋਰ ਵੀ ਹਲੇ ਤੱਕ ਵੀ ਮੈਂ ਸਮਝਦੀ ਹਾਂ ਕਿ ਮੈਂ ਹੁਣ ਹਲੇ ਵੀ ਸਟੂਡੈਂਟ ਹੀ ਆਪਣੇ ਆਪ ਨੂੰ ਕੰਸੀਡਰ ਮੈਂ ਕਰਨੀ ਆ ਤੇ ਅਲਹਮਦੁਲਿਲਾ ਬਹੁਤ ਹੀ ਅੱਛਾ ਤਜਰਬਾ ਰਿਹਾ ਸਾਡਾ ਇੱਥੇ ਤੇ ਟੀਚਰਸ ਬੜੇ ਸਪੋਰਟਿਵ ਮਿਲੇ ਹਮੇਸ਼ਾ ਬਹੁਤ ਉਹਨਾਂ ਨੇ ਸਿਖਾਇਆ ਤੇ ਬਹੁਤ ਇਨਸਪਾਇਰ ਕੀਤਾ ਹਮੇਸ਼ਾ ਤੇ ਜਦੋਂ ਮੈਂ ਐਜ਼ ਅ ਫੈਕਲਟੀ ਵੀ ਇੱਥੇ ਜੁਆਇਨ ਕੀਤਾ ਤੇ ਮੈਨੂੰ ਬਹੁਤ ਅੱਛੀ ਓਪਰਚੁਨਿਟੀ ਮਿਲੀ ਸਟੂਡੈਂਟਸ ਅੱਛੇ ਮਿਲੇ ਤੇ ਹਮੇਸ਼ਾ ਲਗਨ ਨਾਲ ਆਪਣਾ ਕੰਮ ਕੀਤਾ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਅੱਛਾ ਤੋਂ ਅੱਛਾ ਡਿਲੀਵਰ ਕਰ ਸਕੇ ਤੇ ਸਟੂਡੈਂਟਸ ਨੂੰ ਗਾਈਡ ਕਰ ਸਕੀਏ ਤੇ ਆਈ ਹੋਪ ਕਿ ਅੱਲਾਹ ਤਾਲਾ ਸਾਨੂੰ ਇਸ ਕੋਸ਼ਿਸ਼ ਵਿੱਚ ਕਾਮਯਾਬ ਕਰੇ ਬਿਲਕੁਲ ਜੀ ਤੇ ਇਹਦੇ ਨਾਲ ਹੀ ਜਿਹੜਾ ਸਾਡੇ ਸ਼ੋਅ ਦਾ ਵੇਲਾ ਤਕਰੀਬਨ ਮੁੱਕ ਚੁੱਕਿਆ ਹੈ ਤੇ ਉਮੀਦ ਕਰਨੇ ਆ ਤੁਹਾਨੂੰ ਸਾਡਾ ਅੱਜ ਦਾ ਸ਼ੋਅ ਜਿਹੜਾ ਪਸੰਦ ਆਇਆ ਹੋਵੇਗਾ ਸਾਡੇ ਨਾਲ ਮੌਜੂਦ ਨੇ ਹਿਨਾ ਇਰਮ ਸਾਹਿਬਾ ਮਾਹਿਰ ਨਫਸੀਆਤ ਨੇ ਤੇ ਰਾਵਲਪਿੰਡੀ ਵਿਮਨ ਯੂਨੀਵਰਸਿਟੀ ਦੇ ਸ਼ੁਬਾ ਸਾਈਕੋਲੋਜੀ ਵਿੱਚ ਬਤੌਰ ਪ੍ਰੋਫੈਸਰ ਆਪਣੀਆਂ ਖਿਦਮਤਾਂ ਅੰਜਾਮ ਦੇ ਰਹੀਆਂ ਨੇ ਤੇ ਹਿਨਾ ਸਾਹਿਬਾ ਤੁਸੀਂ ਜਾਂਦੇ ਸਾਡੇ ਸੁਣਨ ਵਾਲਿਆਂ ਲਈ ਕੀ ਪੈਗਾਮ ਦੇਣਾ ਚਾਹੋਗੇ ਬਸ ਮੇਰਾ ਇਹੀ ਪੈਗਾਮ ਹੈ ਜੀ ਕਿ ਜਿੰਨੀ ਵੀ ਹੋ ਸਕੇ ਤੁਸੀਂ ਲੋਕਾਂ ਲਈ ਆਸਾਨੀਆਂ ਕਰੋ ਤੇ ਅੱਲਾਹ ਪਾਕ ਤੁਹਾਡੇ ਲਈ ਵੀ ਆਸਾਨੀਆਂ ਕਰੇਗਾ ਔਰ ਕਦੀ ਵੀ ਇਹ ਨਾ ਸੋਚੋ ਕਿ ਦੂਜਾ ਤੁਹਾਡੇ ਨਾਲ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਤੁਸੀਂ ਵੀ ਬਦਲੇ 'ਚ ਉਹਦੇ ਨਾਲ ਬੁਰਾਈ ਹੀ ਇਖਤਿਆਰ ਕਰਨੀ ਹੈ ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਵੀ ਇਹੀ ਗੱਲ ਸਿਖਾਉਂਦੀ ਹਾਂ ਕਿ ਜਿਹੜਾ ਦਰਦ ਦਿਲ ਰੱਖਣ ਵਾਲਾ ਇਨਸਾਨ ਹੈ ਉਹ ਹਮੇਸ਼ਾ ਕਾਮਯਾਬ ਹੁੰਦਾ ਹੈ ਤੇ ਅੱਲਾਹ ਤਾਲਾ ਨੂੰ ਵੀ ਇਹੋ ਜੇ ਇਨਸਾਨ ਪਸੰਦ ਨੇ ਤੇ ਕੋਸ਼ਿਸ਼ ਕਰੋ ਹਮੇਸ਼ਾ ਤੇ ਕਿ ਦੂਸਰਾ ਲਈ ਆਸਾਨੀ ਦਾ ਬਾਇਸ ਬਣੋ ਦੂਸਰਾ ਲਈ ਪਰੇਸ਼ਾਨੀ ਦਾ ਬਾਇਸ ਨਾ ਤੁਸੀਂ ਬਣੋ ਤੇ ਜਿੱਥੋਂ ਤੱਕ ਹੋ ਸਕੇ ਲੋਕਾਂ ਲਈ ਆਸਾਨੀ ਪੈਦਾ ਕਰੀਏ ਉਹਨਾਂ ਦੀ ਮਦਦ ਕਰੀਏ ਤੇ ਦੂਸਰਾ ਨੂੰ ਵੀ ਸੁਣੀਏ ਵਾਹ 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 ਐਸੇ ਬੜੇ ਸੋਹਣੇ ਤੇ ਬੜੇ ਚੰਗੇ ਪੈਗਾਮ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਮੈਂ ਨਾਸਿਰ ਅਹਿਮਦ ਤੇ ਪੈਨਲ ਤੇ ਸਈਦ ਇਮਾਦ ਤਾਬਿਸ਼ ਤੇ ਅੱਜ ਦੀ ਸਾਡੀ ਪ੍ਰਾਹੁਣੀ ਹਿਨਾ ਇਰਮ ਸਾਨੂੰ ਇਜਾਜ਼ਤ ਦਿਓ ਤਾੜੀ ਮਾਰ ਉਡਾ ਨਾ ਬਾਹੂ ਅਸੀਂ ਆਪੇ ਉਡਨ ਹਾਰੇ ਹੋ ਰੱਬ ਰਾਖਾ